ਜੱਜ ਦਾ ਵਿਚਾਰ। ਸਤਿ ਸ਼੍ਰੀ ਅਕਾਲ ਜੀ। ਪ੍ਰਾਈਮ ਏਸ਼ੀਆ ਟੀਵੀ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਪ੍ਰੋਗਰਾਮ ਜੱਜ ਦਾ ਵਿਚਾਰ ਲੈ ਕੇ ਅਸੀਂ ਹਰ ਰੋਜ਼ ਦੀ ਤਰ੍ਹਾਂ ਹਾਜ਼ਰ ਹਾਂ। ਮੈਂ ਹਾਂ ਹਰਮਨ ਥਿੰਦ, ਮੇਰੇ ਨਾਲ ਨੇ ਸਵਰਨ ਸਿੰਘ ਟਾਣਾ ਜੀ। ਸਤਿ ਸ਼੍ਰੀ ਅਕਾਲ ਟਾਣਾ ਸਾਹਿਬ। ਸਤਿ ਸ਼੍ਰੀ ਅਕਾਲ ਜੀ। ਕੀ ਹਾਲ ਚਾਲ ਨੇ? ਬਹੁਤ ਵਧੀਆ, ਚੜ੍ਹਦੀ ਕਲਾ। ਜ਼ਿੰਦਗੀ ਕਿਵੇਂ ਚੱਲ ਰਹੀ ਹੈ? ਜ਼ਿੰਦਗੀ ਜ਼ਿੰਦਾਬਾਦ ਹੈ ਜੀ। ਮੌਸਮ ਕਿਵੇਂ ਹੈ? ਮੌਸਮ ਵੈਸੇ ਠੰਡਾ ਰਾਤ ਦੇ ਵੇਲੇ ਤੇ ਦਿਨ ਦੇ ਵੇਲੇ ਲੰਘੇ ਕੱਲ ਕਈ ਥਾਵਾਂ ਤੇ ਕਣੀਆਂ ਪਈਆਂ, ਕਈ ਪਿੰਡਾਂ ਦੇ ਵਿੱਚੋਂ ਇਹੋ ਜਿਹੀਆਂ ਖਬਰਾਂ ਆਈਆਂ ਤੇ ਬਠਿੰਡੇ ਦੇ ਵੱਲ ਵਾਹਵਾ ਮੀਂਹ ਪਿਆ, ਜਿਹਦੇ ਕਰਕੇ ਉੱਥੇ ਮੰਡੀਆਂ ਦੇ ਵਿੱਚ ਪਿਆ ਝੋਨਾ ਭਿੱਜ ਗਿਆ ਤੇ ਕਿਸਾਨਾਂ ਨੂੰ ਆਪਣੀਆਂ ਤਰਪੈਲਾਂ ਲਿਆ ਕੇ ਤੇ ਝੋਨਾ ਢੱਕਣਾ ਪਿਆ, ਜਿਹਦੇ ਕਰਕੇ ਮੁਸ਼ਕਲ ਦੇ ਵਿੱਚ ਵਾਧਾ ਹੋਇਆ। ਮੌਸਮ ਵਿਭਾਗ ਕਹਿੰਦਾ ਆਉਂਦੇ 48 ਘੰਟਿਆਂ ਦੇ ਵਿੱਚ ਪੰਜਾਬ ਦੇ ਵਿੱਚ ਕਣੀਆਂ ਹੋਰ ਪੈਣ ਦੀ ਆਸ ਹੈ ਤੇ ਜੇਕਰ ਪੈ ਜਾਂਦੀਆਂ ਤਾਂ ਮੁਸ਼ਕਲ ਦੇ ਵਿੱਚ ਹੋਰ ਵਾਧਾ ਹੋਣਾ। ਜੀ ਬਿਲਕੁਲ, ਤੇ ਵਾਧਾ ਹੋਣਾ ਨਹੀਂ ਚਾਹੀਦਾ ਕਿਉਂਕਿ ਅੱਗੇ ਸਰਕਾਰਾਂ ਘੱਟ ਪੈ ਗਈਆਂ ਨੇ ਕਿਸਾਨਾਂ ਨਾਲ ਧੱਕਾ ਕਰਨ ਦੇ ਲਈ, ਜਿਹੜਾ ਹੁਣ ਕੁਦਰਤ ਵੀ ਕਹਿਰਵਾਨ ਹੋਏਗੀ। ਸੋ ਖੈਰ, ਆਪਾਂ ਚੱਜ ਦੇ ਵਿਚਾਰ ਦੀ ਸਾਂਝ ਪਾਉਂਦੇ ਹਾਂ। ਚੱਜ ਦਾ ਵਿਚਾਰ ਅੱਜ ਮੇਰਾ ਬਿਲਕੁਲ ਸਰਲ ਤੇ ਬਿਲਕੁਲ ਸਪਸ਼ਟ ਤੇ ਬਹੁਤ ਛੋਟੇ ਕੱਦ ਦੇ ਵਿੱਚ ਆ। ਉਹ ਇਹ ਹੈ ਕਿ ਪਰਵਾਹ ਕਰਨ ਵਾਲੇ ਲੋਕ ਲੱਭਣ ਦੀ ਕੋਸ਼ਿਸ਼ ਕਰੋ, ਇਸਤੇਮਾਲ ਕਰਨ ਵਾਲੇ ਤਾਂ ਤੁਹਾਨੂੰ ਖੁਦ ਹੀ ਲੱਭ ਲੈਣਗੇ। ਵਾਹ। ਪਰਵਾਹ ਕਰਨ ਵਾਲੇ, ਤੁਹਾਡਾ ਫਿਕਰ ਕਰਨ ਵਾਲੇ ਤੇ ਬਦਲੇ ਦੇ ਵਿੱਚ ਤੁਸੀਂ ਵੀ ਪਰਵਾਹ ਕਰਦੇ ਹੋ, ਫਿਕਰ ਕਰਦੇ ਹੋ, ਜ਼ਿਕਰ ਕਰਦੇ ਹੋ, ਉਹਦੀ ਪੀੜ ਨੂੰ ਆਪਣੀ ਪੀੜ ਸਮਝਦੇ ਹੋ। ਇਹੋ ਜਿਹੇ ਲੋਕਾਂ ਨੂੰ ਲੱਭਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤੇ ਜਿਨ੍ਹਾਂ ਨੇ ਤੁਹਾਡੀ ਵਰਤੋਂ ਕਰਨੀ ਹੈ ਤੇ ਕੰਮ ਲੈ ਕੇ ਛੱਡ ਦੇਣਾ, ਵੀ ਜਿਵੇਂ ਹਲਵਾਈ ਦੁੱਧ ਦੇ ਵਿੱਚੋਂ ਕੱਢ ਕੇ ਮੱਖੀ ਬਾਹਰ ਮਾਰਦਾ, ਇਉਂ ਮਾਰਨ ਵਾਲੇ ਤਾਂ ਤੁਹਾਨੂੰ ਆਪ ਹੀ ਲੱਭ ਲੈਂਦੇ ਆ। ਬਿਲਕੁਲ ਸਹੀ ਗੱਲ ਹੈ। ਇਹੋ ਜਿਹੇ ਲੋਕ ਲੱਭਣ ਦੀ ਲੋੜ ਨਹੀਂ ਪੈਂਦੀ। ਤੇ ਹੁਣ ਮੇਰੇ ਵਾਲਾ ਚੱਜ ਦਾ ਵਿਚਾਰ ਸਾਂਝਾ ਕਰੀਏ। ਕਹਿੰਦੇ ਪਹਿਲਾਂ ਕੱਟਿਆ ਜਾਣਾ, ਫਿਰ ਪੀੜਿਆ ਜਾਣਾ, ਉਸ ਤੋਂ ਬਾਅਦ ਪੀੜਿਆ ਜਾਣਾ ਤੇ ਆਖਰੀ ਬੂੰਦ ਤੱਕ ਨਿਚੋੜਿਆ ਜਾਣਾ ਤੇ ਫਿਰ ਨਿਚੋੜਿਆ ਜਾਣਾ। ਭਲਾ ਗੰਨੇ ਤੋਂ ਵੱਧ ਕੇ ਕੌਣ ਜਾਣ ਸਕਦਾ ਹੈ ਕਿ ਮਿੱਠੇ ਹੋਣ ਦੀ ਕੀ ਕੀਮਤ ਚੁਕਾਉਣੀ ਪੈਂਦੀ ਹੈ? ਹਾਂ, ਬਿਲਕੁਲ ਸਹੀ ਗੱਲ ਆ। ਆਪਾਂ ਕਹਿੰਦੇ ਨੇ ਵੀ ਗੰਨੇ ਦਾ ਰਸ ਆ, ਪਰ ਗੰਨੇ ਤੋਂ ਬਹੁਤ ਵੱਡੇ ਸਬਕ ਵੀ ਲੈਣ ਦੀ ਲੋੜ ਆ ਜੀ। ਵੀ ਤੁਹਾਡੀ ਹਰ ਪੋਰੀ ਦੇ ਵਿੱਚ ਕਿੰਨੀ ਮਿਠਾਸ ਆ, ਕਿੰਨਾ ਰਸ ਆ। ਜਿੱਥੋਂ ਮਰਜ਼ੀ ਤੁਹਾਨੂੰ ਵੱਢ ਲਈਏ, ਜਿੱਥੋਂ ਮਰਜ਼ੀ ਤੁਹਾਨੂੰ ਤੋੜ ਲਈਏ, ਤੁਹਾਡੇ ਵਿੱਚੋਂ ਮਿਠਾਸ ਹੀ ਨਿਕਲਦੀ ਆ। ਮਿੱਠੂ ਮਿੱਠੂ ਲੋਕ ਆ ਜਿਹੜੇ ਉਹ ਘੱਟ ਮਿਲਦੇ ਆ। ਸੋ ਇਸ ਕਰਕੇ ਗੰਨੇ ਵਰਗੇ ਬਣਨਾ ਚਾਹੀਦਾ, ਪਰ ਗੰਨਾ ਬਿਲਕੁਲ ਇਉਂ ਖੜਾ ਹੁੰਦਾ ਸ਼ਤੀਰ ਵਾਂਗੂ ਜੀ, ਤੇ ਜਦੋਂ ਉਹਨੂੰ ਤੋੜਦੇ ਆ ਤਾਂ ਉਹਦੇ ਵਿੱਚੋਂ ਰਸ ਕਿੰਨਾ ਨਿਕਲਦਾ। ਤੇ ਬਾਕੀ ਜਿਹੜੇ ਐਵੇਂ ਹੀ ਖੜੇ ਰਹਿੰਦੇ ਐ ਕਰਕੇ ਤੇ ਵੈਸੇ ਮਿੱਠੇ ਵੀ ਨਹੀਂ ਹੁੰਦੇਗੇ ਤੇ ਕੰਮ ਵੀ ਨਹੀਂ ਆਉਂਦੇ। ਆਪਣੇ ਵਿੱਚ ਵੀ ਗੱਲ ਆ ਤੇ ਦੂਜੇ ਪਾਸੇ ਵੀ ਲੱਗ ਹੁੰਦੀ ਆ। ਉਹ ਲੋਕਾਂ ਦੇ ਬਾਰੇ ਕੀ ਕਹੇ? ਟਾਣਾ ਸਾਹਿਬ, ਕੀ ਹੋਇਆ ਤੁਹਾਨੂੰ? ਕਿਉਂ? ਮੇਰੇ ਚੱਜ ਦੇ ਵਿਚਾਰ ਦਾ ਮਤਲਬ ਕੁਝ ਹੋਰ ਸੀ, ਆਪਾਂ ਆਪਣੇ ਹਿਸਾਬ ਨਾਲ ਕੁਝ ਹੋਰ ਹੀ ਬਣਾ ਲਿਆ। ਦੇਖੋ, ਜੋ ਮੈਂ ਅਰਥ ਕੱਢਿਆ ਉਹ ਵੱਖਰਾ ਹੋ ਗਿਆ ਤੇ ਜੋ ਤੁਹਾਡੇ ਵਾਲਾ ਤੁਸੀਂ ਦੱਸ ਦਿਓ। ਉਹਦਾ ਮਤਲਬ ਇਹ ਸੀ, ਪਹਿਲਾਂ ਕੱਟਿਆ ਜਾਣਾ, ਫਿਰ ਪੀੜਿਆ ਜਾਣਾ, ਫਿਰ ਆਖਰੀ ਬੂੰਦ ਤੱਕ ਨਿਚੋੜਿਆ ਜਾਣਾ। ਭਲਾ ਗੰਨੇ ਤੋਂ ਵੱਧ ਕੇ ਕੌਣ ਜਾਣ ਸਕਦਾ ਹੈ ਮਿੱਠੇ ਹੋਣ ਦਾ ਨੁਕਸਾਨ? ਤੇ ਮੈਂ ਉਹੀ ਤਾਂ ਗੱਲ ਕੀਤੀ ਆ, ਨੁਕਸਾਨ ਦੀ ਗੱਲ ਹੋਈ ਟਾਣਾ ਸਾਹਿਬ ਵੀ। ਇੰਨੇ ਮਿੱਠੇ ਨਾ ਬਣੋ। ਨਹੀਂ, ਮਿੱਠੇ ਤਾਂ ਬਣੋ, ਮੈਂ ਨਹੀਂ ਐ ਕਹਿੰਦਾਗਾ। ਹਾਂ, ਵੀ ਜਾਲੀ ਮਿੱਠੇ ਨਾ ਬਣੋ, ਵੀ ਉੱਤੋਂ ਤੋਂ ਮੂੰਹੋਂ ਮਿੱਠੇ ਹੋਵੋ ਜੀ ਤੇ ਪਰ ਵਿੱਚੋਂ ਖਾਰ ਹੋਵੇ, ਇਹ ਨਹੀਂ ਹੋਣਾ ਚਾਹੀਦਾ। ਠੀਕ ਹੈ। ਨਹੀਂ, ਇਹਦੇ ਚ ਹੱਸਣ ਵਾਲੀ ਕਿਹੜੀ ਗੱਲ ਦੱਸੋ? ਨਹੀਂ, ਪਹਿਲਾਂ 15 ਨੰਬਰ ਦਾ ਪੂਰਾ ਐਸੇ ਸੁਣਾਇਆ, ਲੇਖ ਸੁਣਾਇਆ ਤੁਸੀਂ, ਤੇ ਤੁਹਾਨੂੰ ਪਤਾ ਹੀ ਨਹੀਂ ਲੱਗਿਆ ਮੈਂ ਕੀ ਕਹਿ ਰਹੀ ਹਾਂ। ਦੇਖੋ, ਜਦੋਂ ਮੈਂ ਕੁਝ ਘੰਟੇ ਪਹਿਲਾਂ ਹੀ ਖਬਰ ਦੀ ਖਬਰ ਕੀਤਾ ਹੋਵੇ ਨਾ, ਫਿਰ ਮੈਂ 11 ਮਿੰਟਾਂ ਤੇ ਸਾਹ ਲੈਣਾ। ਇਹ ਵੀ ਗੱਲ ਸਹੀ ਹੈ। ਕੋਈ ਗੱਲ ਨਹੀਂ, ਅਸੀਂ ਸਮਝ ਸਕਦੇ ਹਾਂ। ਨਹੀਂ, ਗੱਲ ਇਹ ਅਸਲ ਦੇ ਵਿੱਚ ਕਿ ਦੇਖੋ ਫਿਰ ਉੱਥੇ ਹੀ ਅੱਗੇ ਗੱਲ ਸਾਰੇ ਸਮਝ ਗਏ। ਹਾਂ, 100 ਹੱਥ ਰਸਾ ਸਿਰੇ ਤੇ ਗੰਢ। ਤੇ ਇੰਨੇ ਮਿੱਠੇ ਨਾ ਹੋਵੋ ਕਿ ਕੋਈ ਨਿਗਲ ਜੇ, ਤੇ ਇੰਨੇ ਕੌੜੇ ਨਾ ਹੋਵੋ ਕਿ ਕੋਈ ਥੁੱਕ ਜੇ। ਚਲੋ, ਆਪਾਂ ਤੁਹਾਡੀ ਗੱਲ ਮੰਨੀ, ਪਰ ਇਹ ਦੱਸੋ ਛੱਲੀ ਕਿਉਂ ਭੰਨੀ? ਉਹ ਮੈਂ ਕਿੱਥੇ ਛੱਲੀ ਭੰਨੀ ਭਰਾਵਾ? ਕੋਈ ਇਹ ਤਾਂ ਗੱਲਾਂ ਬਣੀਆਂ, ਉਹ ਤਾਂ ਗੱਲ ਤੇਰੀ ਮੰਨੀ ਹੈ ਕਿ ਛੱਲੀ ਕਾਹਤੋਂ ਭੰਨੀ ਜੀ, ਪਰ ਐਦਾਂ ਵੀ ਨਹੀਂ। ਹਾਂ, ਸੋ ਗੱਲ ਇਹ ਹੈ, ਮੇਰੇ ਚਾਹੀਦੇ ਛੱਲੀ ਤੋਂ ਮੈਨੂੰ ਗੱਲ ਚੇਤੇ ਆ ਗਈ ਜੀ, ਵੀ ਜਿਹੜੇ ਵੱਡੇ ਵੱਡੇ ਸ਼ੋਰੂਮ ਬਣੇ ਆ, ਜਿਹਨੂੰ ਕੀ ਕਹਿੰਦੇ ਹੁੰਦੇ, ਗਰੋਸਰੀ ਸਟੋਰ, ਵੱਡੇ ਵੱਡੇ ਦੁਕਾਨਾਂ ਬਣੀਆਂ, ਮੌਲ ਬਣ ਗਏ ਜਿਹੜੇ, ਉਹਨਾਂ ਦੇ ਵਿੱਚ ਮੈਂ ਇੱਕ ਦਿਨ ਵੇਖੀ ਵੀ ਛੱਲੀ ਲਪੇਟੀ ਹੋਈ। ਹਾਂ, ਉਹ ਪੂਰੀ ਪੋਲੀਥੀਨ ਪੰਨੇ ਚ ਸੀਗੀ, ਉਹ ਉੱਤੇ ਲਿਖਿਆ ਹੋਇਆ 36 ਰੁਪਏ। ਮੈਂ ਕਿਹਾ ਵੀ ਇੱਕ ਛੱਲੀ 36 ਦੀ ਜੀ, ਤੇ ਸਾਡੇ ਖੇਤ ਦੇ ਵਿੱਚੋਂ ਇਹ ਦੇਖੋ ਵੀ ਕੁਆਂਟਲ ਦੇ ਹਿਸਾਬ ਨਾਲ ਕੀ ਪਾ ਲੈਂਦੇ ਆ। ਤੁਸੀਂ ਕੱਲੀ ਛੱਲੀ ਦੀ ਗੱਲ ਕਰ ਰਹੇ ਹੋ, ਜਿਹੜੀ ਮਰਜ਼ੀ ਸਬਜ਼ੀ ਦੀ ਗੱਲ ਕਰ ਲਓ ਟਾਣਾ ਸਾਹਿਬ, ਜਦੋਂ ਤੱਕ ਤਾਂ ਉਹ ਕਿਸਾਨ ਦੇ ਖੇਤ ਦੇ ਵਿੱਚ ਆ ਉਹਦੀ ਕੀਮਤ ਕੁਝ ਹੋਰ ਆ, ਜਦੋਂ ਉਹ ਖੇਤੋਂ ਤੁਰ ਕੇ ਮੰਡੀ ਤੱਕ ਪਹੁੰਚਦੀ ਆ ਉਹਦੀ ਕੀਮਤ ਕੁਝ ਹੋਰ ਆ। ਪਰ ਉਹ ਮੰਡੀਆਂ ਦੇ ਵਿੱਚੋਂ ਜਦੋਂ ਇੱਕ ਰੇੜੀ ਦੇ ਉੱਪਰ ਉਹ ਪਹੁੰਚਦੀ ਹੈ, ਫਿਰ ਇੱਕ ਦੁਕਾਨ ਦੇ ਉੱਪਰ ਉਹ ਪਹੁੰਚਦੀ ਹੈ, ਤੇ ਇੱਕ ਬਹੁਤ ਵੱਡੇ ਗਰੋਸਰੀ ਸਟੋਰ ਦੇ ਵਿੱਚ ਜਦੋਂ ਪਹੁੰਚਦੀ ਹੈ, ਤੇ ਉਦੋਂ ਉਹਦੀ ਕੀ ਕੀਮਤ ਹੋ ਜਾਂਦੀ ਹੈ। ਆਹੀ ਤਾਂ ਰੌਲਾ ਹੈ। ਮੈਂ ਨਾ ਇੱਕ ਦਿਨ ਦੁਕਾਨ ਤੇ ਗਿਆ, ਉੱਥੇ ਨਾ 3-4 ਤਰ੍ਹਾਂ ਦੇ ਸਰੋਂ ਦੇ ਤੇਲ ਪਏ ਜੀ, ਇੱਕ ਇਸ ਕੰਪਨੀ ਦਾ ਪਿਆ, ਇੱਕ ਇਸ ਕੰਪਨੀ ਦਾ, ਇੱਕ ਇਸ ਕੰਪਨੀ ਦਾ, ਤੇ ਰਾਮਦੇਵ ਦੀ ਜਿਹੜੀ ਕੰਪਨੀ ਦਾ ਤੇਲ ਆ ਉਹਦੇ ਉੱਤੇ ਮੁੱਲ ਵਾਵਾ ਲਿਖਿਆ ਹੋਇਆ। ਮੈਂ ਕਿਹਾ ਵੀ ਆਹ ਮੁੱਲ ਕਾਹਤੋਂ ਵਧਿਆ? ਕਹਿੰਦੇ ਇਹ ਰਾਮਦੇਵ ਦਾ। ਮੈਂ ਕਿਹਾ ਰਾਮਦੇਵ ਦਾ ਆਪਦਾ ਤੇਲ ਥੋੜੀ ਆ, ਰਾਮਦੇਵ ਨੇ ਤਾਂ ਕੱਢਿਆ।
ਨਹੀਂ ਰਾਮਦੇਵ ਨੇ ਤਾਂ ਵੈਸੇ ਵੀ ਤੇਲ ਕੱਢ ਦਿੱਤਾ ਲੋਕਾਂ ਦਾ। ਮੈਂ ਉਹੀ ਤਾਂ ਗੱਲ ਕਹਿਣਾ ਕਿ ਮਤਲਬ ਇਹ ਦੇਖੋ ਆਉਂਦਾ ਸਭ ਕੁਝ ਕਿਸਾਨ ਦੇ ਖੇਤ ਦੇ ਵਿੱਚੋਂ ਆ ਤੇ ਬਾਅਦ ਦੇ ਵਿੱਚ ਬਣ ਜਾਂਦਾ ਇਸ ਕੰਪਨੀ ਦਾ ਤੇਲ, ਇਸ ਕੰਪਨੀ ਦਾ ਆਟਾ, ਇਸ ਕੰਪਨੀ ਦੀ ਦਾਲ, ਬਸ ਇਹੀ ਝੋਲਾ ਵਿਚਾਲੇ। ਬਿਲਕੁਲ ਸਹੀ ਹੈ। ਹਰਮਨ ਜੀ ਸਵੇਰੇ ਸਵੇਰੇ ਮੇਰੇ ਨਾਲ ਬਹੁਤ ਵੱਡਾ ਧੋਖਾ ਹੋਇਆ। ਕੀ ਹੋਇਆ? ਯਕੀਨ ਮੰਨਿਓ ਬੜਾ ਹੀ ਵੱਡਾ ਧੋਖਾ ਹੋਇਆ। ਕਿਹਨੇ ਕੀਤਾ? ਕਿੱਥੇ ਕੀਤਾ? ਮੇਰੇ ਨਾਲ ਮੁੱਖ ਮੰਤਰੀ ਸਾਹਿਬ ਨੇ ਕੀਤਾ। ਚਰਨਜੀਤ ਸਿੰਘ ਚੰਨੀ ਹੋਰਾਂ ਨੇ? ਬਿਲਕੁਲ। ਕਿਵੇਂ? ਉਹ ਵਾਰ-ਵਾਰ ਇੱਕੋ ਗੱਲ ਕਹੀ ਜਾਂਦੇ ਆ, ਪੁਰਾਣੇ ਬਿੱਲ ਬਿਜਲੀ ਦੇ ਮਾਫ, ਬਿੱਲ ਪਾੜ ਦਿਓ, ਬਿੱਲ ਸਾੜ ਤੇ ਮੈਂ, ਬਸ ਜਿਹੜੇ ਪੁਰਾਣੇ ਬਕਾਇਆ ਬਿੱਲ ਉਹ ਮਾਫ ਤੇ ਨਵੇਂ ਸਿਰੇ ਤੋਂ ਜਿਹੜੇ ਬਿੱਲ ਆਉਂਦੇ ਸਿਰਫ ਉਹੀ ਲਾਗੂ ਹੋਣਗੇ ਜੀ। ਹੁਣ ਸਾਡਾ ਪਿਛਲਾ ਬਿੱਲ ਰਹਿੰਦਾ ਸੀਗਾ, ਉਹ ਨਹੀਂ ਦਿੱਤਾ ਗਿਆ, ਪੈਸੇ ਕਿਸੇ ਪਾਸੋਂ ਨਹੀਂ ਆਏ ਤੇ 11,000 ਤੇ ਕੁਝ ਰੁਪਏ ਲਗਭਗ 12,000 ਰੁਪਏ ਦਾ ਬਿੱਲ ਅੱਜ ਮੇਰੇ ਹੱਥ ਦੇ ਵਿੱਚ ਫੜਾ ਗਿਆ। ਐਡਾ ਬਿੱਲ ਕੱਢ ਕੇ ਕੀ ਕਰਦੀ ਮਸ਼ੀਨ ਤੇ ਮੇਰਾ ਜੀ ਕਰੇ ਪੀ ਐਡਾ ਵੱਡਾ ਬਿੱਲ। ਹਾਂ ਮੈਂ ਉਹਨੂੰ ਕਿਹਾ, ਮੈਂ ਕਿਹਾ ਧੋਖਾ, ਸ਼ਰੇਆਮ ਧੋਖਾ। ਕਹਿੰਦਾ ਮੇਰਾ ਥੋੜੀ ਕਸੂਰ ਆ। ਮੈਂ ਕਿਹਾ ਧੋਖਾ ਆ ਦੇਖ 2 ਕਿਲੋਵਾਟ ਉੱਤੇ ਲਿਖਿਆ ਨਾ, ਅਸੀਂ ਕੋਈ 3 ਕਿਲੋਵਾਟ 4 ਕਿਲੋਵਾਟ ਵਾਲੇ ਤਾਂ ਨਹੀਂ। ਕਹਿੰਦਾ ਮੇਰੇ ਵੀਰ ਸਾਰਿਆਂ ਦਾ ਹੀ ਆਇਆ ਜਾਂਦਾ, ਸਾਡੇ ਸਾਹਮਣੇ ਘਰ ਵਾਲਿਆਂ ਨੂੰ 5500 ਰੁਪਇਆ ਬਿੱਲ ਆ ਗਿਆ। ਓਹੋ, ਪਰ ਨਾ ਟਾਣਾ ਸਾਹਿਬ ਤੁਸੀਂ ਇੱਕ ਚੀਜ਼ ਸ਼ਾਇਦ ਉਹਦੇ ਵੱਲ ਧਿਆਨ ਦਿੱਤਾ ਹੋਊਗਾ, ਪਿਛਲੇ 4 ਮਹੀਨਿਆਂ ਦੀ ਜੇ ਗੱਲ ਕਰੀਏ, ਕਿਉਂਕਿ ਹਰ ਵਾਰ ਜਿਵੇਂ ਐਤਕੀ 2 ਮਹੀਨਿਆਂ ਦਾ ਬਿੱਲ ਤੁਹਾਡਾ ਆ ਗਿਆ, ਅਗਲੀ ਵਾਰ 2 ਮਹੀਨਿਆਂ ਦਾ ਬਿੱਲ ਸਾਡਾ ਆ ਗਿਆ, ਹਨਾ। ਇਹ ਜਿੰਨੇ ਲੋਕਾਂ ਦੇ ਵੀ ਬਿੱਲ ਆ ਰਹੇ ਨੇ ਪਿਛਲੇ 4-5 ਮਹੀਨਿਆਂ ਤੋਂ, ਉਹ ਬਹੁਤ ਜ਼ਿਆਦਾ ਆ ਰਹੇ ਨੇ। ਪਤਾ ਨਹੀਂ ਇਹਦੇ ਪਿੱਛੇ ਕੀ ਕਾਰਨ ਆ, ਪਰ ਪਿਛਲਿਆਂ ਦੇ ਮੁਕਾਬਲੇ ਹੁਣ ਜਿਹੜੇ ਬਿੱਲ ਨੇ ਉਹਨਾਂ 'ਚ ਵਾਵਾ ਇਜ਼ਾਫਾ ਹੋਇਆ। ਮੈਂ ਤਾਂ ਹੈਰਾਨ ਹੀ ਰਹਿ ਗਿਆ ਜੀ। ਮੈਂ ਕਿਹਾ ਵੀ ਕਰੀਏ ਤਾਂ ਕੀ ਕਰੀਏ, ਹੁਣ ਕਿਹਨੂੰ ਕਹੀਏ। ਪਰ ਉਹ ਕੀ ਜਿਹੜੇ ਬਿਜਲੀ ਦੇ ਬਿੱਲ ਮਾਫ ਕਰਨ ਦੀ ਗੱਲ ਹੋਈ ਸੀ, ਉਹ ਹਰੇਕ ਵਰਗ ਦੀ ਹੋਈ ਸੀ। ਉਹਨਾਂ ਨੇ ਤਾਂ ਇਹ ਗੱਲ ਕਹੀ ਹੈ ਜਿਹਦਾ ਵੀ 2 ਕਿਲੋਵਾਟ ਤੱਕ ਦਾ ਲੋਡ ਆ ਉਹਨਾਂ ਸਾਰਿਆਂ ਦੇ। ਮੁੱਖ ਮੰਤਰੀ ਸਾਹਿਬ ਨੇ ਗੱਲ ਕਹੀ ਸੀ ਵੀ ਲਗਭਗ 73-74 ਲੱਖ ਪੰਜਾਬ ਦੇ ਵਿੱਚ ਬਿਜਲੀ ਕਨੈਕਸ਼ਨ ਆ, ਉਹਦੇ ਵਿੱਚੋਂ ਲਗਭਗ 53 ਲੱਖ 2 ਕਿਲੋਵਾਟ ਵਾਲੇ ਆ, ਉਹਨਾਂ ਸਾਰਿਆਂ ਦਾ ਇਹ ਬਿਜਲੀ ਦਾ ਬਕਾਇਆ ਬਿੱਲ ਮਾਫ। ਸਾਡਾ ਤਾਂ ਹੋਇਆ ਨਹੀਂ। ਹੁਣ ਜਾਂ ਤਾਂ ਸਾਡੇ 2 ਨੂੰ 2.5 ਸਮਝ ਗਏ। ਨਹੀਂ ਇਹ ਉਹੀ ਗੱਲ ਹੋਈ ਹੈ, ਅੱਛੇ ਦਿਨ ਆਏਂਗੇ 15 ਲੱਖ ਖਾਤੇ ਜਾਊਗਾ। ਮੈਂ ਤਾਂ ਹੁਣ ਤੜਕੇ ਦਾ ਵੀ ਸੋਚੀ ਜਾਂਦਾ, ਮੈਂ ਕਿਹਾ ਘਰ ਦੇ ਵਿੱਚ ਚੱਲ ਪਈ ਗੱਲ, ਚੰਨੀ ਬਾਈ ਕਰੂ ਮਸਲੇ ਹੱਲ, ਸਾਡਾ ਤਾਂ ਕਰਦਾ ਨਹੀਂ। ਤੇ ਤੁਹਾਡਾ ਬਾਈ ਥੋੜੀ ਹੈ ਚੰਨੀ। ਹਾਂ ਸਾਡਾ ਤੇ ਹੀ ਆ। ਸਾਡਾ ਮੁੱਖ ਮੰਤਰੀ ਹੈ। ਹਾਂ ਜਿਨ੍ਹਾਂ ਦਾ ਬਾਈ ਸੀ ਅੱਜ ਕੱਲ ਉਹਨਾਂ ਦਾ ਵੀ ਤੜੰਗਾ ਜੀ। ਉਧਰ ਵੀ ਅੱਜ ਕੱਲ ਕੁਝ ਬਹੁਤੇ ਸੁਰਜੇ ਨਹੀਂ ਰਲ ਰਹੇ। ਨਹੀਂ ਹੁਣ ਅਸੀਂ ਕਰੀਏ ਕੀ? ਤੁਸੀਂ ਬਿੱਲ ਦਿਓ, ਹੋਰ ਨਹੀਂ ਕੁਝ ਕਰ ਸਕਦੇ। ਬੜਾ ਸੋਹਣਾ ਰਸਤਾ ਦੱਸਿਆ, ਆ ਤਾਂ ਮੈਨੂੰ ਵੀ ਪਤਾ। ਹੋਰ ਕੋਈ ਹੱਲ ਹੈ ਦੱਸੋ ਤੁਸੀਂ, ਜੇ ਹੋਵੇ ਤਾਂ ਮੈਨੂੰ ਵੀ ਦੱਸੋ, ਮੈਂ ਵੀ ਮਾਫ ਕਰਾ ਲਾਂ। ਬਸ ਮੇਰਾ ਤਾਂ ਕਹਿਣ ਦਾ ਮਤਲਬ ਹੈ ਵੀ ਭਾਈ ਐਂ ਹੀ ਹੁੰਦਾ ਇੱਥੇ, ਇਹ ਐਂ ਹੀ ਚੱਲੀ ਜਾਂਦਾ। ਗੱਲਾਂ ਕੁਝ ਹੁੰਦੀਆਂ ਨੇ, ਵਾਅਦੇ ਕੁਝ ਹੋਰ ਹੁੰਦੇ ਨੇ, ਹਕੀਕਤ ਕੁਝ ਹੋਰ ਹੈ। ਹੁਣ ਆਮ ਲੋਕ ਆ ਜਿਹੜੇ, ਉਹਨਾਂ ਨੂੰ ਕਿਵੇਂ ਸਮਝ ਪਊਗੀ ਵੀ ਭਾਈ ਪਿਛਲੇ ਬਿੱਲ ਕਿਵੇਂ ਮਾਫ ਹੁੰਦੇ ਆ, ਇਹਦੇ ਵਿੱਚ ਕੀ ਕੁੰਡੀ ਆ। ਹੁਣ ਕਿਤੇ ਕੱਲ ਨੂੰ ਕਹਿਣਗੇ ਫਾਰਮ ਵੰਡੇ ਜਾਣਗੇ, ਤੁਸੀਂ ਫਾਰਮ ਭਰ ਲਓ, ਫਿਰ ਸਾਨੂੰ ਫਾਰਮ ਨਹੀਂ ਲੱਭਣਾ। ਬਿਲਕੁਲ ਸਹੀ। ਫਿਰ ਅਸੀਂ ਫਾਰਮ ਦੇ ਲਈ ਮਗਰ ਤੁਰੇ ਫਿਰਾਂਗੇ, ਫਿਰ ਬੰਦਾ ਜਾਵੇ ਤਾਂ ਜਾਵੇ ਕਿੱਥੇ। ਕੱਲ ਵੈਸੇ ਇੱਕ ਕਮਾਲ ਦੀ ਗੱਲ ਹੋ ਗਈ, ਕੈਬਨਿਟ ਦੀ ਮੀਟਿੰਗ ਹੋਈ। ਅੱਛਾ ਜੀ। ਉਹਦੇ ਵਿੱਚ ਨਾਲ ਬੈਠੇ ਆ ਚਰਨਜੀਤ ਸਿੰਘ ਚੰਨੀ ਹੋਰਾਂ ਨੇ, ਮਨਪ੍ਰੀਤ ਸਿੰਘ ਬਾਦਲ, ਠੀਕ ਬਿਲਕੁਲ ਮੋਢੇ ਨਾਲ ਮੋਢਾ ਜੁੜਿਆ। ਤੇ ਚਰਨਜੀਤ ਸਿੰਘ ਚੰਨੀ ਹੋਰੀ ਪਤਾ ਕੀ ਕਹਿੰਦੇ, ਕੋਈ ਖਜ਼ਾਨਾ ਨਹੀਂ ਖਾਲੀ, ਸਾਰੇ ਕੰਮ ਵਧੀਆ ਹੋਣਗੇ, ਨਾ ਕਦੇ ਕਿਸੇ ਸਰਕਾਰ ਦਾ ਖਜ਼ਾਨਾ ਖਾਲੀ ਹੋਇਆ ਤੇ ਨਾ ਅਸੀਂ ਹੋਣ ਦੇਣਾ। ਹਾਂਜੀ। ਤੇ ਮਨਪ੍ਰੀਤ ਸਿੰਘ ਬਾਦਲ ਦੀ ਤਸਵੀਰ ਬਾਅਦ ਦੇ ਵਿੱਚ ਲੋਕਾਂ ਨੇ ਦਿਖਾਈ ਤੇ ਮਗਰ ਗਾਣਾ ਚੱਲ ਰਿਹਾ, ਬਸ ਰਹਿਣ ਦੇ ਛੇੜਨਾ ਦਰਦਾਂ ਨੂੰ, ਸਾਥੋਂ ਦਰਦ ਲੁਕਾਇਆ ਨਹੀਂ ਜਾਣਾ। ਆ ਵੇਲਾ ਚੰਨੀ ਸਾਹਿਬ ਨੇ ਇੱਕ ਬੰਦਾ ਹੋਰ ਗੁੱਸੇ ਕਰ ਲੈਣਾ। ਪੌਣੇ 5 ਸਾਲ ਤਾਂ ਉਹਨਾਂ ਨੂੰ ਇੱਕੋ ਗੱਲ ਕਹਿੰਦੇ ਹੋ ਗਏ ਵੀ ਖਜ਼ਾਨਾ ਖਾਲੀ ਹੈ, ਖਜ਼ਾਨਾ ਖਾਲੀ ਹੈ। ਤੇ ਉੱਤੋਂ ਹੁਣ ਚੰਨੀ ਸਾਹਿਬ ਨੇ ਨਵੀਂ ਗੱਲ ਕੱਢ ਮਾਰੀ, ਕਹਿੰਦੇ ਖਜ਼ਾਨਾ ਕਦੋਂ ਖਾਲੀ ਹੈ। ਹਾਂ ਇਹ ਤਾਂ ਆਪਸ ਚ ਨਹੀਂ ਸੁਰ ਮਿਲਦੇ। ਪਹਿਲਾਂ ਆਪਸ ਦੇ ਵਿੱਚ ਗੱਲ ਕਰ ਲਓ ਵੀ ਤੁਹਾਡੇ ਕੋਲ ਪੈਸੇ ਹੈਗੇ ਕਿ ਨਹੀਂ, ਬਾਅਦ ਦੇ ਵਿੱਚ ਸਾਡਾ ਬਿੱਲ ਵਧਾ ਭੇਜਦੇ ਆ ਵੀ ਮੈਂ ਥੋੜੀ ਪੂਰਾ ਕਰਨਾ। ਟਾਣਾ ਸਾਹਿਬ ਸ਼ਾਂਤ ਉਹ ਮੈਂ ਇਸੇ ਕਰਕੇ ਤਪਿਆ ਪਿਆ ਜੀ। ਹਾਂ 500 ਦਾ ਤੇਲ ਪਵਾਇਆ, ਪੌਣੇ 5 ਲੀਟਰ ਪਿਆ। ਓਹੋ 105 ਰੁਪਏ ਕੁਛ ਪੈਸੇ, 170 ਰੁਪਏ। ਹੁਣ ਖਬਰ ਪਤਾ ਕਿਵੇਂ ਬਣਦੀ ਆ, ਅੱਜ ਪੈਟਰੋਲ ਕੀ ਕੀਮਤ में वृद्धि नहीं हुई। ਅੱਛਾ ਵੀ ਅੱਜ ਵਾਧਾ ਨਹੀਂ ਹੋਇਆ, ਖਬਰ ਉਦੋਂ ਬਣਦੀ ਆ, ਵਾਧਾ ਹੋਏ ਨਹੀਂ ਤਾਂ ਖਬਰ ਬਣਨੋਂ ਹਟ ਗਈ। ਕੀ ਫਰਕ ਪੈਂਦਾ, ਕੋਈ ਬੋਲ ਰਿਹਾ, ਕਿਸੇ ਨੂੰ ਕੋਈ ਤਕਲੀਫ ਹੈ, ਕੋਈ ਕਿਸੇ ਵੀ ਝੰਜਟ ਦੇ ਵਿੱਚ ਹੈ, ਕਿਸੇ ਨੂੰ ਵੀ ਮਾੜਾ ਲੱਗ ਰਿਹਾ ਹੈ? ਨਹੀਂ, ਸਾਰੇ ਆਰਾਮ ਨਾਲ ਘਰੋਂ ਘਰੀ ਬੈਠੇ ਨੇ, ਪਵਾ ਰਹੇ ਨੇ ਤੇਲ, ਮਹਿੰਗੀਆਂ ਚੀਜ਼ਾਂ ਲੈ ਰਹੇ ਨੇ, ਬਿਜਲੀ ਦਾ ਬਿੱਲ ਭਰ ਰਹੇ ਨੇ। ਕਿਸਾਨ ਹੈਗੇ ਨੇ ਨਾ ਮੁੱਦਾ ਚੁੱਕਣ ਨੂੰ, ਆਪੇ ਕਦੇ ਚੁੱਕ ਲੈਣਗੇ, ਕਦੇ ਰੇਲਾਂ ਰੋਕ ਲੈਣਗੇ ਵਿਚਾਰੇ, ਕਦੇ ਬਾਰਡਰਾਂ ਦੇ ਉੱਪਰ ਬਹਿ ਜਾਣਗੇ, ਕਦੇ ਆਪਣੇ ਹੱਕਾਂ ਦੀ ਕਿਤੇ ਗੱਲ ਕਰਨਗੇ, ਕਦੀ ਕਿਤੇ ਕਰਨਗੇ। ਆਪਾਂ ਨੂੰ ਕੀ ਹੈ, ਆਪਾਂ ਇਨਕਲਾਬ ਲੈ ਕੇ ਆਉਣਾ ਟਿਕ ਟਿਕ ਕਰਕੇ ਫੇਸਬੁੱਕ ਤੇ, ਆਪਾਂ ਇਨਕਲਾਬ ਲੈ ਕੇ ਆਉਣਾ ਵੀ ਉਹ ਗੱਦਾਰ ਹਨ ਜੀ, ਵਿਕੇ ਹਨ, ਇਹ ਵਿਕੇ ਹਨ, ਇਹ ਧਰਮ ਦੇ ਨਾਂ ਦੇ ਉੱਤੇ ਪਸੂੜੀ ਖੜੀ ਕਰਨ ਵਾਲੇ ਹਨ, ਇਹ ਇੱਕ ਸੁਰ ਨਹੀਂ ਹਨ, ਇਹ ਲੜ ਪਏ ਹਨ। ਤੇ ਆਪਾਂ ਆਪਣਾ ਯੋਗਦਾਨ ਇਹੀ ਹੈ ਸਮਾਜ ਦੇ ਵਿੱਚ ਜੀ। ਟਾਣਾ ਸਾਹਿਬ ਅੱਜ ਅਖਬਾਰਾਂ ਦੇ ਵਿੱਚ ਜਿਹੜੀਆਂ ਤਸਵੀਰਾਂ ਛਪੀਆਂ ਨੇ, ਉਹਨਾਂ ਨੇ ਬਹੁਤ ਸਾਰੇ ਸਵਾਲ ਖੜੇ ਕਰ ਦਿੱਤੇ ਨੇ। ਬਿਲਕੁਲ ਜੀ, ਅੱਜ ਸਵੇਰ ਦੇ ਵੇਲੇ ਜਦੋਂ ਅਖਬਾਰਾਂ ਦੇ ਵਿੱਚ ਉਹ ਤਸਵੀਰਾਂ ਆਈਆਂ
ਤੇ ਉਸ ਤੋਂ ਬਾਅਦ ਜਦੋਂ ਸੋਸ਼ਲ ਮੀਡੀਆ ਤੇ ਪੈ ਗਈਆਂ ਤਾਂ ਇੱਕ ਵਾਰ ਇਹੋ ਜਿਹੀ ਤਰਥੱਲੀ ਮੱਚੀ ਆ ਵੀ ਪੁੱਛੋ ਕੁਛ ਨਾ। ਜੀ ਦੇਖੋ ਇਸ ਵਕਤ ਸਿੰਘੂ ਬਾਰਡਰ ਦੇ ਉੱਤੇ ਜੋ ਕੁਝ ਵਾਪਰ ਰਿਹਾ ਜਾਂ ਜੋ ਕੁਝ ਪਿਛਲੇ ਦਿਨੀ ਹੋਇਆ ਉਹਦੇ ਬਾਬਤ ਸਾਰੇ ਦਰਸ਼ਕ ਚੰਗੀ ਤਰ੍ਹਾਂ ਜਾਣਦੇ ਹੀ ਆ। ਇੱਕ ਵਿਅਕਤੀ ਲਖਵੀਰ ਸਿੰਘ ਦਾ ਕਤਲ ਕੀਤਾ ਗਿਆ, ਜਿਹਨੂੰ ਕਿਹਾ ਜਾ ਰਿਹਾ ਕਿ ਸੋਧਾ ਲਾਇਆ ਗਿਆ ਬੇਅਦਬੀ ਦੇ ਦੋਸ਼ ਦੇ ਵਿੱਚ। ਉਸ ਤੋਂ ਬਾਅਦ ਕਿਸਾਨ ਆਗੂਆਂ ਨੇ ਇਹ ਗੱਲ ਕਹੀ ਕਿ ਭਾਈ ਇੱਥੋਂ ਨਿਹੰਗ ਸਿੰਘ ਵਾਪਸ ਚਲੇ ਜਾਣ। ਨਿਹੰਗ ਸਿੰਘਾਂ ਨੇ ਇਹ ਗੱਲ ਕਹੀ ਜੀ ਕਿ ਅਸੀਂ 27 ਤਰੀਕ ਨੂੰ ਮੀਟਿੰਗ ਕਰਾਂਗੇ, ਸੰਗਤ ਜਿਵੇਂ ਕਹੂਗੀ ਅਸੀਂ ਉਹੋ ਜਿਹਾ ਫੈਸਲਾ ਕਰਾਂਗੇ। ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਿ ਅਸੀਂ ਕਿਸਾਨਾਂ ਦੇ ਭੇਤ ਖੋਲ ਦਿਆਂਗੇ, ਸਾਡੇ ਕੋਲੇ ਬਹੁਤ ਸਾਰੇ ਭੇਤ ਹੈਗੇ ਆ। ਸੋ ਸਾਡੀ ਬੇਨਤੀ ਹਮੇਸ਼ਾ ਇਹੀ ਰਹੀ ਹੈ ਤੇ ਇਹੀ ਰਹੂਗੀ ਵੀ ਭਾਈ ਏਕੇ ਦਾ ਪ੍ਰਗਟਾਵਾ ਕਰਨਾ ਚਾਹੀਦਾ। ਮਤਭੇਦ ਹੋ ਸਕਦੇ ਪਰ ਮਨਭੇਦ ਨਹੀਂ ਪੈਦਾ ਹੋਣੇ ਚਾਹੀਦੇ। ਮੇਰੀ ਕੱਲ ਕੁਝ ਕਿਸਾਨ ਆਗੂਆਂ ਨਾਲ ਵੀ ਗੱਲ ਹੋਈ, ਉਹ ਕਹਿੰਦੇ ਜੀ ਕਿ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਮੀਟਿੰਗ ਕਰਕੇ ਸਾਰੇ ਮਸਲੇ ਨੂੰ ਠੀਕ ਕਰ ਦਈਏ, ਪਰ ਜਿਹੜੀਆਂ ਤਸਵੀਰਾਂ ਤੜਕਸਾਰ ਆਈਆਂ ਉਹਨੇ ਇੱਕ ਨਵਾਂ ਹੀ ਮੋੜ ਕਟਾਤਾ। ਬਾਬਾ ਅਮਨਦੀਪ ਸਿੰਘ ਜਿਹੜੇ ਕਿ ਉੱਥੇ ਬੈਠੇ ਸਿੰਘੂ ਬਾਰਡਰ ਦੇ ਉੱਤੇ, ਜਿਨ੍ਹਾਂ ਦੇ ਦਲ ਦੇ 4 ਸਾਥੀਆਂ ਨੇ ਸਰੈਂਡਰ ਕੀਤਾ, ਆਤਮ ਸਮਰਪਣ ਕੀਤਾ ਪੁਲਿਸ ਦੇ ਮੂਹਰੇ, ਕੁੰਡਲੀ ਵਾਲੀ ਪੁਲਿਸ ਦੇ ਮੂਹਰੇ ਕਤਲ ਦੇ ਮਾਮਲੇ ਦੇ ਵਿੱਚ, ਉਹਨਾਂ ਦੀਆਂ ਤਸਵੀਰਾਂ ਨਰਿੰਦਰ ਸਿੰਘ ਤੋਮਰ ਦੇ ਨਾਲ, ਕੈਲਾਸ਼ ਚੌਧਰੀ ਦੇ ਨਾਲ, ਸੁਖਮਿੰਦਰਪਾਲ ਸਿੰਘ ਗਰੇਵਾਲ ਦੇ ਨਾਲ ਤੇ ਕੁਝ ਹੋਰ ਜਿਹੜੇ ਨੇਤਾ ਹੈਗੇ ਵੱਡੇ ਵੱਡੇ, ਉਹਨਾਂ ਦੇ ਨਾਲ ਵਾਇਰਲ ਹੋ ਰਹੀਆਂ। ਜੀ ਬਿਲਕੁਲ। ਹੁਣ ਉਸ ਤੋਂ ਬਾਅਦ ਭੰਬਲ ਭੂਸਾ ਇਹ ਪੈ ਗਿਆ ਜੀ ਕਿ ਕਿਹਨੂੰ ਅਸੀਂ ਸਹੀ ਮੰਨੀਏ ਤੇ ਕਿਹਨੂੰ ਅਸੀਂ ਗਲਤ ਮੰਨੀਏ। ਕੱਲ ਤੱਕ ਕਈ ਲੋਕ ਗਾਲਾਂ ਕੱਢਦੇ ਸੀ ਵੀ ਭਾਈ ਨਿਹੰਗ ਸਿੰਘ ਸਹੀ ਹੈ ਤੇ ਕਿਸਾਨ ਗਲਤ ਆ। ਹੁਣ ਕਈ ਲੋਕ ਗਾਲਾਂ ਕੱਢੀ ਜਾਂਦੇ ਨਿਹੰਗ ਸਿੰਘ ਗਲਤ ਆ ਤੇ ਕਿਸਾਨ ਸਹੀ ਆ। ਤੇ ਮੇਰੀ ਬੇਨਤੀ ਇਹ ਆ ਵੀ ਕਿਸੇ ਨੂੰ ਵੀ ਗਾਲਾਂ ਨਾ ਕੱਢੋ, ਆਪਾਂ ਹਾਲੇ ਉਡੀਕ ਕਰਗੇ ਇਸ ਮਾਮਲੇ ਦੇ ਵਿੱਚ ਕਈ ਨਵੇਂ ਮੋੜ ਆਉਣਗੇ, ਕਿਉਂਕਿ ਆਪਾਂ ਤੱਤੇ ਘਾਹ ਕਰੇ ਕਰੇ ਟਿਕ ਟਿਕ ਕਰਕੇ ਇਹਨੂੰ ਗਾਲ ਕੱਢ ਦਿੰਦੇ ਆ, ਕਦੇ ਇਹਨੂੰ ਗਾਲ ਕੱਢਤੀ ਤੇ ਇਹ ਵੀ ਕਿਸੇ ਮਸਲੇ ਦਾ ਹੱਲ ਹੈ ਨਹੀਂਗਾ। ਸੋ ਹੁਣ ਜਿਹੜੀ ਜਾਣਕਾਰੀ ਵਿੱਚੋਂ ਆਈ ਆ ਉਹ ਇਹ ਆ ਕਿ ਜੁਲਾਈ ਮਹੀਨੇ ਦੇ ਵਿੱਚ ਅਮਨਦੀਪ ਸਿੰਘ ਤੇ ਕੁਝ ਹੋਰ ਨਿਹੰਗ ਸਿੰਘ, ਉਹਨਾਂ ਦੇ ਕਹਿਣ ਮੁਤਾਬਕ ਅਸੀਂ ਗਏ ਸੀਗੇ ਕੇਂਦਰੀ ਮੰਤਰੀ ਦੇ ਨਾਲ ਮੁਲਾਕਾਤ ਕਰਨ ਦੇ ਲਈ, ਅਸੀਂ ਉਹਨਾਂ ਨੂੰ ਖੇਤੀ ਕਾਨੂੰਨ ਰੱਦ ਕਰਵਾਉਣ ਦੇ ਲਈ ਦਬਾਅ ਬਣਾਉਣ ਗਏ ਸੀਗੇ। ਪਰ ਸਵਾਲਾਂ ਦਾ ਸਵਾਲ ਇਹ ਆ ਵੀ ਤੁਸੀਂ ਗਏ ਸੀ, ਕਿਸੇ ਨੂੰ ਪਤਾ ਹੀ ਨਹੀਂ ਇਸ ਗੱਲ ਦਾ। ਹੁਣ ਜਦੋਂ ਤੁਹਾਡੀਆਂ ਤਸਵੀਰਾਂ ਨਸ਼ਰ ਹੋ ਗਈਆਂ, ਜਿਹਦੇ ਵਿੱਚ ਇੱਕ ਤਸਵੀਰ ਦੇ ਵਿੱਚ ਲੰਚ ਕਰ ਰਹੇ ਹੋ, ਇੱਕ ਤਸਵੀਰ ਦੇ ਵਿੱਚ ਬੈਠ ਕੇ ਸੋਫਿਆਂ ਤੇ ਮੀਟਿੰਗ ਹੋ ਰਹੀ ਹੈ, ਇੱਕ ਤਸਵੀਰ ਦੇ ਵਿੱਚ ਨਰਿੰਦਰ ਸਿੰਘ ਤੋਮਰ ਬਾਬਾ ਅਮਨ ਦੇ ਗਲ ਦੇ ਵਿੱਚ ਸਰੂਪਾ ਪਾ ਰਹੇ ਆ। ਜੀ ਬਿਲਕੁਲ। ਸੋ ਇਹ ਤਸਵੀਰਾਂ ਜਦੋਂ ਸਾਹਮਣੇ ਆਈਆਂ ਤੇ ਫਿਰ ਆਪਾਂ ਇਹ ਗੱਲ ਕਹੀ ਆ। ਸੋ ਵਿਚਲੀ ਗੱਲ ਖੁੱਲ ਕੇ ਮੇਰਾ ਖਿਆਲ ਕੋਈ ਹੋਰ ਵੀ ਆਊਗੀ ਸਾਹਮਣੇ, ਪਰ ਇਸ ਤਸਵੀਰ ਨੇ ਇੱਕ ਨਹੀਂ 3 ਤਸਵੀਰਾਂ ਨੇ ਬਹੁਤ ਵੱਡੇ ਸਵਾਲ ਖੜੇ ਕਰਤੇ। ਪਰ ਗੱਲ ਇਹ ਹੈ ਟਾਣਾ ਸਾਹਿਬ, ਦੇਖੋ ਸਭ ਤੋਂ ਵੱਡੀ ਚੀਜ਼ ਇਹ ਹੈ ਕਿ ਜਿਹੜੀ ਤੁਸੀਂ ਜਿੱਥੋਂ ਸ਼ੁਰੂਆਤ ਕੀਤੀ ਸੀ ਕਿ ਸਾਡੇ ਕੋਲ 2 ਹੀ ਹਥਿਆਰ ਨੇ, ਇੱਕ ਸ਼ਾਂਤੀ ਇੱਕ ਏਕਾ, ਇਹ ਦੋਵੇਂ ਹਥਿਆਰਾਂ ਦਾ ਕਰਕੇ ਇੱਥੋਂ ਤੱਕ ਪਹੁੰਚ ਸਕਿਆ ਨਾ। ਤੇ ਮੈਨੂੰ ਲੱਗਦਾ ਹੈ ਕਿ ਇਹ ਦੋਵੇਂ ਹਥਿਆਰ ਸੁੱਟਣੇ ਨਹੀਂ ਚਾਹੀਦੇ, ਠੀਕ ਹੈ, ਕਿਉਂਕਿ ਇਹਨਾਂ ਨੇ ਹੀ ਉਹਨਾਂ ਨੂੰ ਡਰਾਇਆ ਹੋਇਆ ਵਿਰੋਧੀਆਂ ਨੂੰ। ਦੂਸਰੀ ਗੱਲ ਇਹ ਹੈ ਕਿ ਜੇਕਰ ਜੋ ਕੁਝ ਵੀ ਨਿਹੰਗ ਸਿੰਘਾਂ ਦੇ ਵੱਲੋਂ ਕਿਹਾ ਜਾ ਰਿਹਾ, ਬਾਬਾ ਅਮਨਦੀਪ ਸਿੰਘ ਹੋਰਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ, ਦਾ ਮਤਲਬ ਮੈਨੂੰ ਇਹ ਲੱਗਦਾ ਕਿ ਉਹਨਾਂ ਨੂੰ ਪਹਿਲਾਂ ਇਹ ਸਾਰੀ ਗੱਲ ਪਹਿਲਾਂ ਹੀ ਖੁੱਲ ਕੇ ਦੱਸ ਦੇਣੀ ਚਾਹੀਦੀ ਸੀ ਕਿ ਮੈਂ ਖੇਤੀ ਕਾਨੂੰਨ ਰੱਦ ਕਰਵਾਉਣ ਦੇ ਲਈ ਪਹਿਲ ਕਰ ਰਿਹਾ, ਮੋਰੇ ਹੋ ਰਿਹਾ, ਆਪਾਂ ਗੱਲ ਕਰਕੇ ਵੇਖਦੇ ਹਾਂ ਤੇ ਜੇ ਮਸਲਾ ਹੱਲ ਹੋ ਗਿਆ ਤਾਂ ਬਹੁਤ ਵਧੀਆ। ਮੈਨੂੰ ਲੱਗਦਾ ਕਿਸੇ ਨੂੰ ਵੀ ਇਤਰਾਜ਼ ਨਹੀਂ ਸੀ ਹੋਣਾ ਇਸ ਸਭ ਕੁਝ ਦੇ ਉੱਪਰ। ਹੁਣ ਜਦੋਂ ਤਸਵੀਰਾਂ ਨਸ਼ਰ ਹੋ ਗਈਆਂ ਨੇ ਤੇ ਹੁਣ ਤੁਸੀਂ ਸਫਾਈਆਂ ਦੇ ਰਹੇ ਹੋ। ਦੇਖੋ ਉਹਨਾਂ ਨੇ ਇਹ ਗੱਲ ਕਹੀ ਆ, ਹੁਣ ਕੁਝ ਕੁ ਮੀਡੀਆ ਅਦਾਰਿਆਂ ਨੇ ਉਹਨਾਂ ਦੇ ਨਾਲ ਇੰਟਰਵਿਊ ਵੀ ਕੀਤੀ ਬਾਬਾ ਅਮਨ ਦੇ ਨਾਲ। ਉਹ ਇੱਕੋ ਗੱਲ ਕਹਿ ਰਹੇ ਕਿ ਸਾਰੇ ਸੰਸਾਰ ਦੇ ਮੂਹਰੇ ਸੱਚ ਆ ਜਾਣਾ, ਸਾਰੀ ਗੱਲ ਨਸ਼ਰ ਹੋ ਜਾਣੀ ਆ, ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਣਾ। ਪਰ ਕਦੋਂ ਹੋ ਜਾਣਾ ਬਾਬਾ ਜੀ, ਇਹਦੇ ਬਾਰੇ ਵੀ ਜਾਣਕਾਰੀ ਦੇਣੀ ਚਾਹੀਦੀ ਹੈ। ਜੀ ਬਿਲਕੁਲ। ਉਸ ਤੋਂ ਅਗਲੀ ਗੱਲ ਇਹ ਵੀ ਗੁਰੂ ਦੀਆਂ ਲਾਡਲੀਆਂ ਫੌਜਾਂ ਦਾ ਵੀ ਕਿਸਾਨ ਅੰਦੋਲਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਆ। ਪਰ ਕੀ ਇਹ ਜੋ ਤੁਸੀਂ ਪਿਛਲੇ ਦਰਵਾਜ਼ੇ ਥਾਣੀ ਮਿਲੇ ਆ, ਇਹ ਗੱਲ ਸਹੀ ਹੈ? ਜਦੋਂ ਕਿਸਾਨਾਂ ਨੇ ਤਾਂ ਬਾਈਕਾਟ ਕੀਤਾ ਹੋਇਆ, ਅੱਜ ਪਿੰਡ ਪਿੰਡ ਦੇ ਵਿੱਚ ਬੋਰਡ ਲੱਗੇ ਹੋਏ ਆ ਵੀ ਫਲਾਣੀਆਂ ਫਲਾਣੀਆਂ ਪਾਰਟੀਆਂ ਦੇ ਆਗੂ ਸਾਡੇ ਪਿੰਡ 'ਚ ਨਾ ਵੜਨ, ਤੇ ਆਪਾਂ ਕਿਸਾਨ ਜਥੇਬੰਦੀਆਂ ਦੇ ਕਹੇ ਦੇ ਉੱਤੇ ਸੱਦੇ ਦੇ ਉੱਤੇ ਉੱਥੇ ਗਏ ਆ ਨਾ, ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਗਏ ਆ, ਭਾਵੇਂ ਕੋਈ ਕਿਸੇ ਵੀ ਵਿਚਾਰਧਾਰਾ ਦਾ ਵਿਅਕਤੀ ਕਿਉਂ ਨਾ ਹੋਵੇ, ਗਿਆ ਤਾਂ ਕਿਸਾਨੀ ਅੰਦੋਲਨ ਦੀ ਹਮਾਇਤ ਕਰਨ ਦੇ ਲਈ ਆ, ਗਿਆ ਤਾਂ ਖੇਤੀ ਕਾਨੂੰਨ ਰੱਦ ਕਰਵਾਉਣ ਦੇ ਲਈ ਆ, ਗਿਆ ਤਾਂ ਉਹ MSP ਦੀ ਲਿਖਤੀ ਤੌਰ ਤੇ ਗਰੰਟੀ ਮਿਲੇ ਇਹਦੇ ਲਈ ਆ। ਪਰ ਫਿਰ ਇਸ ਕਰਕੇ ਕਿਸਾਨਾਂ ਨੂੰ ਭਰੋਸੇ ਦੇ ਵਿੱਚ ਵੀ ਲੈਣਾ ਚਾਹੀਦਾ। ਕਿਸੇ ਦੇ ਨਾਲ ਆਪਣੇ ਮਤਭੇਦ ਹੋ ਸਕਦੇ ਆ, ਪਰ ਮਨਭੇਦ ਬਿਲਕੁਲ ਨਹੀਂ ਹੋਣੇ ਚਾਹੀਦੇ। ਹੁਣ ਉਹਨਾਂ ਨੇ ਗੱਲ ਕਹੀ ਹੈ ਜੀ ਕਿ ਅਸੀਂ ਗਏ ਸੀ, ਨਾਲ 10 ਸਿੰਘਾਂ ਦਾ ਹੋਰ ਵੀ ਜੱਥਾ ਸੀ, ਪਰ ਉਹਦੇ ਵਿੱਚੋਂ ਕੋਈ ਵੀ ਹੋਰ ਸਿੰਘ ਨਜ਼ਰ ਨਹੀਂ ਆ ਰਿਹਾ ਇਹਨਾਂ 3 ਤਸਵੀਰਾਂ ਦੇ ਵਿੱਚ। ਉਸ ਤੋਂ ਅਗਲੀ ਗੱਲ ਇਹ ਆ ਵੀ ਮਗਰਲੇ ਪਾਸੇ ਤਸਵੀਰ ਦੇ ਵਿੱਚ ਜਿੱਥੇ ਸਰੋਪਾ ਪੈ ਰਿਹਾ, ਉੱਥੇ ਪਿੰਕੀ ਕੈਟ ਵੀ ਖੜਾ। ਇਹ ਉਹੀ ਪਿੰਕੀ ਕੈਟ ਆ ਜਿਹੜਾ ਕਿ ਕਤਲ ਦੇ ਮਾਮਲੇ 'ਚ ਦੋਸ਼ੀ ਵੀ ਆ। ਇਹ ਉਹੀ ਪਿੰਕੀ ਕੈਟ ਆ ਜਿਹਨੇ ਕਿ ਇੱਕ ਇੰਟਰਵਿਊ ਦੇ ਵਿੱਚ ਮੰਨਿਆ ਕਿ ਅੱਤਵਾਦ ਦੇ ਦੌਰ ਦੇ ਵਿੱਚ ਪੁਲਿਸ ਨੇ 50 ਝੂਠੇ ਮੁਕਾਬਲਿਆਂ ਦਾ ਮੈਂ ਗਵਾਹ ਹੈਗਾ ਮੇਰੇ ਸਾਹਮਣੇ ਕੀਤੇ ਆ। ਇਹਦਾ ਮਤਲਬ ਇਹ ਹੋਇਆ ਵੀ ਕੇਂਦਰ ਦੇ ਮੰਤਰੀ ਵੀ ਇਹੋ ਜਿਹੇ ਬੰਦਿਆਂ ਨੂੰ ਪਿਆਰ ਕਰਦੇ ਆ ਜਿਹੜੇ ਕਿ ਕੋਲੇ ਖੜਾ ਲੈਂਦੇ ਆ, ਤੇ ਬਾਬਾ ਅਮਨ ਆ ਜਿਹੜੇ ਉਹ ਨਾਲ ਜਾਂਦੇ ਆ। ਸੋ ਇਹਨਾਂ ਗੱਲਾਂ ਦੇ ਕਰਕੇ ਬਹੁਤ ਵੱਡੇ ਸਵਾਲ ਖੜੇ ਹੁੰਦੇ ਆ। ਬੇਅਦਬੀ ਕਦੇ ਨਾ ਹੋਵੇ ਇਹਦੀ ਕਾਮਨਾ ਕਰਦੇ ਆ, ਪਰ ਕਿਤੇ ਇਹ ਤਾਂ ਨਹੀਂ ਵੀ ਇਹਦੇ ਵਿੱਚ ਝੋਲ ਕੋਈ ਨਵਾਂ ਸਾਹਮਣੇ ਆ ਰਿਹਾ, ਕਿਤੇ ਇਹ ਤਾਂ ਨਹੀਂ ਵੀ ਕਿਸੇ ਸਾਜ਼ਿਸ਼ ਦਾ ਹਿੱਸੇ ਦੀ ਗੱਲ ਬਣ ਰਹੀ ਆ। ਇਹ ਬਹੁਤ ਵੱਡੇ ਸਵਾਲ ਆ। ਜੀ
ਟਾਣਾ ਸਾਹਿਬ ਜਿਹੜੀ ਆਪਾਂ ਗੱਲ ਕਰ ਰਹੇ ਸੀ ਉਸੇ ਗੱਲ ਦੇ ਵਿੱਚ ਅੱਗੇ ਵਧਦੇ ਹਾਂ ਹੁਣ, ਕਿਉਂਕਿ ਹਰ ਇੱਕ ਪੱਖ ਹੁਣ ਸਾਹਮਣੇ ਆ ਰਿਹਾ। ਲੋਕਾਂ ਨੇ ਜੋ ਕੁਝ ਕਿਹਾ ਉਹ ਵੀ ਆਪਾਂ ਦੱਸ ਦਿੱਤਾ, ਨਿਹੰਗ ਸਿੰਘ ਹੋਰਾਂ ਨੇ ਜੋ ਕੁਝ ਕਿਹਾ ਉਹ ਵੀ ਆਪਾਂ ਦੱਸ ਦਿੱਤਾ, ਪਰ ਹੁਣ ਕਿਸਾਨ ਆਗੂਆਂ ਦੀ ਗੱਲ ਕਰਦੇ ਹਾਂ। ਕਿਸਾਨ ਆਗੂਆਂ ਦਾ ਇਹ ਕਹਿਣਾ ਹੈ ਕਿ ਜੋ ਕੁਝ ਵੀ ਹੋਇਆ ਇਹ ਸਭ ਕੁਝ ਦੇ ਵਿੱਚੋਂ ਹੁਣ ਇੱਕ ਗੰਦੀ ਰਾਜਨੀਤੀ ਦੀ ਬਦਬੂ ਆ ਰਹੀ ਹੈ। ਇਹ ਸਾਰਾ ਕੁਝ ਰਾਜਨੀਤੀ ਦੀ ਭੇਟ ਚੜਿਆ ਹੋਇਆ ਲੱਗ ਰਿਹਾ। ਔਰ ਗੱਲ ਵਾਕਈ ਵੀ ਸਹੀ ਹੈ ਜਿਹੜੀ ਨਿਹੰਗ ਸਿੰਘ ਹੋਰਾਂ ਨੇ ਕਹੀ ਹੈ ਕਿ ਸਮਾਂ ਬਹੁਤ ਬਲਵਾਨ ਹੈ, ਸੱਚ ਜ਼ਰੂਰ ਸਾਹਮਣੇ ਆਏਗਾ, ਪਰ ਦੁੱਖ ਜ਼ਰੂਰ ਲੱਗਦਾ ਹੈ ਕਿ ਜਦੋਂ ਤੁਸੀਂ ਕਿਸੇ ਦੇ ਕਹੇ ਦੇ ਉੱਪਰ ਉਹਦੀ ਹਮਾਇਤ ਕਰਨ ਦੇ ਲਈ ਉੱਥੇ ਗਏ ਹੋ ਤੇ ਤਾਂ ਵੀ ਉਹਨਾਂ ਨੂੰ ਦੱਸੇ ਬਿਨਾਂ ਪਿਛਲੇ ਦਰਵਾਜ਼ੇ ਥਾਣੀ ਤੁਸੀਂ ਮਿਲ ਰਹੇ ਹੋ, ਤੁਸੀਂ ਗੱਲਾਂ ਕਰ ਰਹੇ ਹੋ ਤੇ ਤਸਵੀਰਾਂ ਇਸ ਮੌਕੇ ਦੇ ਉੱਪਰ ਨਸ਼ਰ ਹੋ ਰਹੀਆਂ ਨੇ। ਇਹ ਸਾਰਾ ਕੁਝ ਬਹੁਤ ਵੱਡੇ ਸਵਾਲ ਖੜੇ ਕਰ ਰਿਹਾ। ਦੇਖੋ ਜੀ, ਬਾਬਾ ਅਮਨਦੀਪ ਸਿੰਘ ਹੋਰਾਂ ਨੇ ਇੰਟਰਵਿਊ ਦੇ ਵਿੱਚ ਗੱਲ ਕਹੀ ਹੈ। ਉਹ ਕਹਿੰਦੇ ਅਸੀਂ ਜਦੋਂ ਮਿਲਣ ਗਏ ਤਾਂ ਸਾਨੂੰ ਕਹਿੰਦੇ ਕਿ 10 ਲੱਖ ਰੁਪਇਆ ਲੈ ਲਓ, ਇੱਥੋਂ ਆਪਣੇ ਘੋੜੇ ਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਆ ਜਿਹੜਾ ਵਾਪਸ ਚੱਕ ਕੇ ਲੈ ਜਾਓ, ਪਰ ਅਸੀਂ ਮੰਨੇ ਨਹੀਂ। ਉਹ ਕਹਿੰਦੇ ਜੀ ਕਿ ਸਾਡੇ ਮੂਹਰੇ 1 ਲੱਖ ਰੁਪਏ ਦਾ ਮੱਥਾ ਟੇਕਿਆ ਉਹਨਾਂ ਨੇ। ਫਿਰ ਕਹਿੰਦੇ ਸਾਨੂੰ ਇੱਕ ਟਰਾਲੀ ਵੀ ਲੈ ਕੇ ਦਿੱਤੀ ਉਹਨਾਂ ਨੇ। ਹੁਣ ਸਵਾਲ ਇਹ ਪੈਦਾ ਹੁੰਦਾ ਵੀ ਜੇਕਰ ਤੁਹਾਨੂੰ ਉਹ ਖਰੀਦਣਾ ਚਾਹੁੰਦੇ ਸੀ ਬਾਬਾ ਜੀ, ਤੁਸੀਂ ਆ ਕੇ ਉਦੋਂ ਹੀ ਪ੍ਰੈਸ ਕਾਨਫਰੰਸ ਕਿਉਂ ਨਾ ਕੀਤੀ? ਜੁਲਾਈ ਮਹੀਨੇ ਦੀ ਗੱਲ ਹੈ। ਤੁਸੀਂ ਕਹਿੰਦੇ ਜੀ ਸਾਨੂੰ 10 ਲੱਖ ਰੁਪਏ 'ਚ ਖਰੀਦਣਾ ਚਾਹੁੰਦੇ ਸੀ, ਅਸੀਂ ਮੰਨੇ ਨਹੀਂ। ਅਸੀਂ ਨਾ ਕਦੇ ਮੰਨਣਾ ਭਾਵੇਂ 10 ਕਰੋੜ ਜਾਂ 10 ਅਰਬ ਰੁਪਈਆ ਵੀ ਮਿਲੇ। ਤੁਸੀਂ ਇਹ ਗੱਲ ਕਹਿੰਦੇ ਵੀ ਸਾਨੂੰ ਇੱਕ ਟਰਾਲੀ ਦੀ ਜ਼ਰੂਰਤ ਆ, ਤੇ ਮੈਂ ਦਾਅਵੇ ਨਾਲ ਕਹਿਣਾ ਵੀ ਦੁਨੀਆ ਭਰ ਦੇ ਵਿੱਚ ਬੈਠੀ ਸੰਗਤ ਆ ਜਿਹੜੀ ਤੁਹਾਨੂੰ ਪਤਾ ਨਹੀਂ ਕਿੰਨੀਆਂ ਟਰਾਲੀਆਂ ਲੈ ਦਿੰਦੀ। ਜੇ ਹੁਣ ਤੱਕ ਕਿਸਾਨੀ ਅੰਦੋਲਨ ਦੇ ਵਿੱਚ ਆਪਾਂ ਜਾਣਦੇ ਹਾਂ ਕਿ ਲੋਕਾਂ ਨੇ ਇੰਨੇ ਵੱਡੇ ਪੱਧਰ ਦੇ ਉੱਪਰ ਯੋਗਦਾਨ ਪਾਇਆ ਤੇ ਕੀ ਉਹ ਇੱਕ ਟਰਾਲੀ ਨਾ ਲੈ ਕੇ ਦਿੰਦੇ? ਸਭ ਤੋਂ ਵੱਡੀ ਚੀਜ਼ ਤਾਂ ਇਹ। ਨਾਲੇ ਦੂਸਰੀ ਗੱਲ ਇਹ ਟਾਣਾ ਸਾਹਿਬ, ਖਰੀਦਣ ਦੀ ਉਹਨਾਂ ਨੇ ਬਹੁਤ ਲੋਕਾਂ ਨੂੰ ਕੋਸ਼ਿਸ਼ ਕੀਤੀ, ਪਰ ਸੱਚਾ ਤਾਂ ਉਹੀ ਹੈ ਨਾ ਜਿਹੜਾ ਆ ਕੇ ਸਾਰੀ ਗੱਲ ਨਸ਼ਰ ਕਰ ਦੇਵੇ। ਜਦੋਂ ਤੁਹਾਨੂੰ ਉਹਨਾਂ ਨੇ ਇਹ ਪੇਸ਼ਕਸ਼ ਕੀਤੀ ਸੀ ਕਿ ਇੰਨੇ ਪੈਸੇ ਲੈ ਲਓ, ਇੰਨਾ ਮੱਥਾ ਟੇਕਿਆ, ਤੁਹਾਨੂੰ ਟਰਾਲੀ ਦਿੱਤੀ, ਤੁਸੀਂ ਆ ਕੇ ਕਿਸਾਨ ਆਗੂਆਂ ਦੇ ਨਾਲ ਬਾਕੀ ਜਿਹੜੇ ਕਿਸਾਨ ਮਜ਼ਦੂਰ ਉੱਥੇ ਬੈਠੇ ਨੇ ਭੈਣ ਭਰਾ, ਉਹਨਾਂ ਸਾਰਿਆਂ ਦੇ ਸਾਹਮਣੇ ਸਟੇਜ ਦੇ ਉੱਪਰੋਂ ਦੀ ਇਹ ਸਾਰੀ ਗੱਲ ਖੋਲ ਕੇ ਕਿਉਂ ਨਹੀਂ ਰੱਖੀ? ਉਹਨਾਂ ਨੂੰ ਇਹ ਸਾਰੀ ਗੱਲ ਕਿਉਂ ਨਹੀਂ ਦੱਸੀ ਵੀ ਭਾਈ ਅਸੀਂ ਮਸਲਾ ਹੱਲ ਕਰਾਉਣ ਗਏ ਸੀ, ਪਰ ਉਹ ਲੋਕ ਮਸਲਾ ਹੱਲ ਨਹੀਂ ਕਰ ਰਹੇ, ਉਲਟਾ ਸਾਨੂੰ ਖਰੀਦਣ ਦੀ ਕੋਸ਼ਿਸ਼ ਕੀਤੀ ਆ ਤੇ ਆ ਉਹਦੇ ਸਬੂਤ ਨੇ, ਉਦੋਂ ਆਪਾਂ ਕਿਉਂ ਨਹੀਂ ਬੋਲੇ? ਬਿਲਕੁਲ ਜੀ, ਫਿਲਹਾਲ ਜਾਣਕਾਰੀ ਇਹ ਇੰਨੀ ਆ। ਇਸ ਮਾਮਲੇ ਦੇ ਵਿੱਚ ਨਵਾਂ ਮੋੜ ਕੀ ਆਉਂਦਾ ਇਹਦੇ ਲਈ ਤਾਂ ਉਡੀਕ ਕਰਨੀ ਪਊਗੀ, ਪਰ ਇਹਨਾਂ ਤਸਵੀਰਾਂ ਨੇ ਤੇ ਬਾਬਾ ਅਮਨ ਦੀਆਂ ਇਹਨਾਂ ਵੀਡੀਓ ਨੇ, ਉਹਨਾਂ ਦੇ ਇਹਨਾਂ ਬਿਆਨਾਂ ਨੇ ਕਈ ਤਰ੍ਹਾਂ ਦੇ ਸਵਾਲ ਜ਼ਰੂਰ ਖੜੇ ਕਰਤੇ ਆ। ਹੋ ਸਕਦਾ ਵੀ ਬਿਲਕੁਲ ਸੱਚੀ ਗੱਲ ਹੋਵੇ, ਹੋ ਸਕਦਾ ਵੀ ਇਹਦੇ ਵਿੱਚੋਂ ਕੋਈ ਨਵੀਂ ਸੱਚਾਈ ਨਿਕਲ ਕੇ ਸਾਹਮਣੇ ਆਵੇ, ਪਰ ਇਹ ਇੱਕ ਰਾਜਨੀਤਿਕ ਮੁੱਦਾ ਵੀ ਬਣ ਗਿਆ। ਹੁਣ ਕਾਂਗਰਸ ਨੇ ਇਹ ਜਿਹੜੀਆਂ ਤਸਵੀਰਾਂ ਇਹ ਆਪਣੇ ਫੇਸਬੁੱਕ ਸਫੇ ਤੇ ਪਾ ਕੇ ਤੇ ਬੀਜੇਪੀ ਦੇ ਉੱਤੇ ਵਾਰ ਕੀਤੇ ਆ। ਦੇਖੋ, ਰਾਜਨੀਤਿਕ ਲੋਕਾਂ ਨੇ ਤਾਂ ਵਾਰ ਹੀ ਕਰਨੇ ਹੁੰਦੇ, ਮੁੱਦੇ ਹੀ ਚਾਹੀਦੇ ਨੇ। ਉਹਨਾਂ ਰਾਜਨੀਤਿਕ ਲੋਕਾਂ ਨੇ ਤਾਂ ਮੁੱਦੇ ਖੜੇ ਕੀਤੇ ਗਏ ਆ ਜਿਹਦੇ ਕਰਕੇ ਅੱਜ ਅਸੀਂ ਪਿਸ ਰਹੇ ਹਾਂ। ਸੋ ਇਸ ਵਕਤ ਕਿਸਾਨ ਸੰਘਰਸ਼ ਮਜ਼ਦੂਰ ਏਕਤਾ ਜ਼ਿੰਦਾਬਾਦ ਰਵੇ, ਇਹਦੇ ਲਈ ਸਭ ਨੂੰ ਇੱਕ ਹੋਣਾ ਚਾਹੀਦਾ ਜੀ। ਜਦੋਂ ਅਸੀਂ ਆਪਸ ਦੇ ਵਿੱਚ ਖੇਡਦੇ ਆ ਨਾ, ਮੰਨ ਲਓ ਨਿਹੰਗ ਸਿੰਘ ਆ ਜਿਹੜੇ ਕਿਸਾਨਾਂ ਬਾਰੇ ਕੁਝ ਕਹਿੰਦੇ ਆ, ਕਿਸਾਨ ਮੰਨ ਲਓ ਮੋੜਵਾ ਉਤਰ ਦਿੰਦੇ ਨਿਹੰਗ ਸਿੰਘਾਂ ਨੂੰ ਵੀ ਭਾਈ ਇਹ ਗਲਤ ਆ। ਢੱਡਰੀਆਂ ਵਾਲੇ ਜਿਹੜੇ ਉਹ ਨਿਹੰਗ ਸਿੰਘਾਂ ਬਾਰੇ ਕੁਝ ਕਹਿੰਦੇ, ਨਿਹੰਗ ਸਿੰਘ ਉਹਨਾਂ ਨੂੰ ਕੁਝ ਮਾੜਾ ਚੰਗਾ ਕਹਿੰਦੇ ਆ, ਤਾਂ ਇਹਦੇ ਨਾਲ ਫਾਇਦਾ ਕਿਹਦਾ ਹੁੰਦਾ? ਉਹਨਾਂ ਨੇਤਾਵਾਂ ਦਾ ਜਿਨ੍ਹਾਂ ਦੇ ਅਸੀਂ ਖਿਲਾਫ ਆ, ਜਿਨ੍ਹਾਂ ਦੇ ਕਰਕੇ ਇਹ ਕਾਲੇ ਕਾਨੂੰਨ ਬਣੇ, ਜਿਨ੍ਹਾਂ ਦੇ ਖਿਲਾਫ ਅਸੀਂ ਸੰਘਰਸ਼ ਕਰਨ ਦੇ ਲਈ 10.5 ਮਹੀਨਿਆਂ ਤੋਂ ਸੜਕਾਂ ਤੇ ਸੁੱਤੇ ਆ। ਔਰ ਸਭ ਤੋਂ ਵੱਡੀ ਗੱਲ ਇਹ ਹੈ ਟਾਣਾ ਸਾਹਿਬ, ਲੋਕਾਂ ਨੂੰ ਵੀ ਇਹ ਬੇਨਤੀ ਇੱਥੇ ਕਰਨੀ ਬਣਦੀ ਹੈ ਕਿ ਆਪਾਂ ਆਪਣਾ ਕਹਿ ਲਓ ਵੀ ਯੋਗਦਾਨ ਇਸ ਤਰੀਕੇ ਦਾ ਨਾ ਪਾਈਏ ਇਸ ਸਭ ਕੁਝ ਦੇ ਵਿੱਚ। ਹਾਲੇ ਤਸਵੀਰ ਸਾਫ਼ ਹੋਣੀ ਬਾਕੀ ਹੈ, ਬਹੁਤ ਨਾਜ਼ੁਕ ਮੋੜ ਹੈ। ਇਸ ਮੋੜ ਦੇ ਉੱਪਰ ਹਰੇਕ ਨੂੰ ਸੋਚ ਸਮਝ ਕੇ ਬੋਲਣਾ ਤੇ ਲਿਖਣਾ ਚਾਹੀਦਾ ਹੈ। ਹਾਲੇ ਕੋਈ ਪਤਾ ਨਹੀਂ ਕਿ ਕਿਹੜਾ ਸੱਚ ਸਾਹਮਣੇ ਆ ਜਾਣਾ, ਸੋ ਆਪਾਂ ਨੂੰ ਸਮੇਂ ਦੀ ਉਡੀਕ ਕਰਨੀ ਚਾਹੀਦੀ ਹੈ। ਨੀਵੇਂ ਦਰਜੇ ਦੀ ਸ਼ਬਦਾਵਲੀ ਵਰਤਣੀ ਬੰਦ ਕਰਕੇ, ਜੇ ਤਾਂ ਸਾਡੇ ਪੱਲੇ ਇਹੀ ਕੁਛ ਆ ਫਿਰ ਤਾਂ ਲੱਗੇ ਹੀ ਪਏ ਆ ਜਿਉਂ ਜੰਮੇ ਆ, ਇਹਦੇ ਵਿੱਚ ਕੀ ਫਰਕ ਆ? ਤੇ ਜੇਕਰ ਆਪਣੇ ਕੋਲੇ ਸੁਝਤਾ ਹੈਗੀ ਆ, ਸਿਆਣਪ ਹੈਗੀ ਆ, ਸ਼ਬਦਾਂ ਦੀ ਚੋਣ ਕਰਨ ਦਾ ਤਰੀਕਾ ਹੈਗਾ, ਮਰਿਆਦਾ ਵਾਲੇ ਸ਼ਬਦਾਂ ਦੀ ਵਰਤੋਂ ਕਰਨ ਦਾ ਤਰੀਕਾ ਹੈਗਾ, ਤੇ ਫਿਰ ਸਾਨੂੰ ਥੋੜਾ ਜਿਹਾ ਸੰਕੋਚ ਕੇ ਬੋਲਣਾ ਚਾਹੀਦਾ। ਤੁਸੀਂ ਮੰਨ ਲਓ ਵੀ ਨਿਹੰਗ ਸਿੰਘਾਂ ਦੇ ਨਾਲ ਬਿਲਕੁਲ ਸਹਿਮਤ ਨਹੀਂ, ਪਰ ਉਹਨਾਂ ਨੂੰ ਗਾਲ ਕੱਢਣ ਦੀ ਕੀ ਲੋੜ ਆ? ਤੁਸੀਂ ਮੰਨ ਲਓ ਕਿਸਾਨੀ ਅੰਦੋਲਨ ਦੇ ਨਾਲ ਜੁੜੇ ਹੋਏ ਲੋਕਾਂ ਦੇ ਨਾਲ ਬਿਲਕੁਲ ਸਹਿਮਤ ਨਹੀਂ, ਉੱਥੇ ਮਾੜੀ ਸ਼ਬਦਾਵਲੀ ਧੀ ਭੈਣ ਕਰਨ ਦੀ ਕੀ ਲੋੜ ਆ? ਤੁਸੀਂ ਮੰਨ ਲਓ ਢੱਡਰੀਆਂ ਵਾਲਿਆਂ ਦੇ ਬਿਲਕੁਲ ਖਿਲਾਫ ਆ, ਉਹਨਾਂ ਨੂੰ ਗਲਤ ਸ਼ਬਦਾਵਲੀ ਵਰਤਣ ਦੀ ਕੀ ਜ਼ਰੂਰਤ ਆ? ਤੇ ਜੇਕਰ ਤੁਸੀਂ ਇਹ ਕੁਝ ਵਰਤ ਕੇ ਕੁਝ ਖੱਟ ਲਿਆ, ਇਹ ਤੁਹਾਡੇ ਅੰਦਰਲੀ ਭੜਾਸ ਹੋ ਸਕਦੀ ਆ, ਤੇ ਉਹਦੇ ਨਾਲ ਫਾਇਦਾ ਕੀ ਆ? ਬਿਲਕੁਲ ਸਹੀ। ਲਓ ਜੀ, ਵਕਫੇ ਤੋਂ ਬਾਅਦ ਇੱਕ ਵਾਰ ਫਿਰ ਤੁਹਾਡਾ ਸਵਾਗਤ ਹੈ। ਮੈਂ ਹਾਂ ਸਵਰਨ ਸਿੰਘ ਤੇ ਨਾਲ ਨੇ ਹਰਮਨਥਨ ਜੀ। ਜੀ, ਤੇ ਹੁਣ ਅੱਗੇ ਵਧੀਏ ਟਾਣਾ ਸਾਹਿਬ। ਕੱਲ ਦੀ ਇੱਕ ਹੋਰ ਖਬਰ ਨੇ ਇੱਕ ਨਵੀਂ ਚਰਚਾ ਛੇੜੀ ਹੋਈ ਹੈ। ਇਹ ਖਬਰ ਜੁੜੀ ਹੋਈ ਹੈ ਭਗਤਾਂ ਦੇ ਪਿਤਾ ਜੀ ਦੇ ਨਾਲ, ਯਾਨੀ ਕਿ ਗੁਰਮੀਤ ਰਾਮ ਰਹੀਮ ਦੇ ਨਾਲ। ਕਹਿੰਦੇ ਕਿ ਰਣਜੀਤ ਸਿੰਘ ਕਤਲ ਮਾਮਲੇ ਦੇ ਵਿੱਚ ਉਮਰ ਕੈਦ ਦੀ ਸਜ਼ਾ ਹੋ ਗਈ ਹੈ। ਦੇਖੋ ਜੀ, ਗੱਲ ਇਹ ਆ ਵੀ ਤੀਜੇ ਮਾਮਲੇ ਦੇ ਵਿੱਚ ਸਜ਼ਾ ਸੁਣਾਈ ਹੈ ਕੱਲ ਅਦਾਲਤ ਦੇ ਵੱਲੋਂ ਜੀ। ਇਸ ਤੋਂ ਪਹਿਲਾਂ ਸਾਧਵੀਆਂ ਦੇ ਨਾਲ ਸ਼ੋਸ਼ਣ ਦੇ ਮਾਮਲੇ 'ਚ 10 ਸਾਲ ਦੀ ਸਜ਼ਾ ਹੋਈ, 20 ਸਾਲ ਦੀ। ਫਿਰ ਰਾਮਚੰਦਰ ਛਤਰਪਤੀ ਕਾਂਡ ਦੇ ਮਾਮਲੇ ਵਿੱਚ, ਕਤਲ ਕਾਂਡ ਦੇ ਮਾਮਲੇ 'ਚ 20 ਸਾਲ ਦੀ ਸਜ਼ਾ ਹੋਈ। ਤੇ ਹੁਣ ਆਪਾਂ ਜਾਣਦੇ ਕਿ ਰਣਜੀਤ ਸਿੰਘ ਕਤਲ ਕਾਂਡ ਦੇ ਮਾਮਲੇ 'ਚ 20 ਸਾਲ ਦੀ ਸਜ਼ਾ ਹੋਈ।
ਮੈਂ ਨਾ ਅੱਜ ਸਾਰਾ ਵੇਰਵਾ ਪੜ੍ਹ ਕੇ ਆਇਆ। ਇਹ 20 ਤੇ 20 40 ਤੇ 20 60 ਸਾਲ ਦੀ ਸਜ਼ਾ ਕੁੱਲ ਬਣਦੀ ਆ ਜੀ। ਪਰ ਜਦੋਂ ਆ ਸਾਧਵੀਆਂ ਵਾਲੀ ਸਜ਼ਾ ਮੁਕੰਮਲ ਹੋ ਗਈ ਉਸ ਤੋਂ ਬਾਅਦ ਉਮਰ ਕੈਦ ਦੀ ਸ਼ੁਰੂ ਹੋਣੀ ਆ। ਅੱਛਾ ਜੀ। ਤੇ ਉਮਰ ਕੈਦ ਦੀਆਂ ਦੋਵੇਂ ਸਜ਼ਾਵਾਂ ਬਰਾਬਰ ਚੱਲਣਗੀਆਂ, ਮਤਲਬ ਦੋਵੇਂ ਮਿਲਾ ਕੇ ਇੱਕ ਹੋ ਜੂਗੀ। ਦੋਵੇਂ ਮਿਲਾ ਕੇ ਇੱਕ ਹੋ ਜੂ, ਪਰ 20 ਤੇ 20 40 ਸਾਲ ਦੀ ਸਜ਼ਾ ਫਿਰ ਵੀ ਬਣਦੀ ਆ। ਹੁਣ ਉਸ ਤੋਂ ਬਾਅਦ ਤੁਸੀਂ ਗੱਲ ਕਰ ਲਓ ਹਰਿਆਣੇ ਦੀ ਸਰਕਾਰ ਦੀ। ਜੇ ਹਰਿਆਣਾ ਸਰਕਾਰ ਚਾਹੇ ਤਾਂ, ਜੇਕਰ ਉਹ ਮਿਹਰਬਾਨ ਹੋ ਜੇ ਤਾਂ ਜਿਹੜੀ ਉਮਰ ਕੈਦ ਦੀ ਸਜ਼ਾ ਉਹਨੂੰ ਆਪਣੀ ਮਰਜ਼ੀ ਦੇ ਮੁਤਾਬਕ ਕੈਦੀ ਦੇ ਚੰਗੇ ਚਾਲ ਚੱਲਣ ਦੇ ਕਰਕੇ, ਕੁਝ ਹੋਰ ਗੱਲਾਂ ਦੇ ਕਰਕੇ ਇਹਨੂੰ 6 ਸਾਲ ਘਟਾ ਸਕਦੀ ਹੈ। ਠੀਕ। ਮੰਨ ਲਓ 20 ਸਾਲ ਦੇ ਵਿੱਚੋਂ 6 ਸਾਲ ਘਟਾਤੇ 14 ਸਾਲ ਰਹਿ ਗਏ। ਤੇ ਜਿਹੜੀਆਂ ਬਾਕੀ ਸਜ਼ਾਵਾਂ ਹੈਗੀਆਂ ਜਿਹੜੀਆਂ 10-10 ਸਾਲ ਦੀ ਸਾਧਵੀਆਂ ਦੇ ਮਾਮਲੇ 'ਚ ਹੋਈ ਆ ਉਹਦੇ ਵਿੱਚੋਂ 25% ਘਟਾ ਸਕਦੀ ਆ। ਉਹ 20 ਸਾਲ ਦੇ ਵਿੱਚੋਂ ਅਸੀਂ 5 ਸਾਲ ਕੱਢ ਦਿੰਦੇ ਆ, 15 ਰਹਿ ਗਈ ਜੀ। ਇਧਰ 20 ਸਾਲ ਦੇ ਵਿੱਚੋਂ 6 ਸਾਲ ਕੱਢਤੇ 14 ਰਹਿ ਗਈ। ਕਹਿਣ ਦਾ ਭਾਵ ਇਹ ਆ ਕਿ 2046 ਤੱਕ ਗੁਰਮੀਤ ਰਾਮ ਰਹੀਮ ਅੰਦਰ ਰਹੂ। ਉਦੋਂ ਤੱਕ ਉਹਦੀ ਉਮਰ ਲਗਭਗ 81 ਸਾਲ ਹੋ ਜਾਣੀ ਆ, ਜਿਹੋ ਜਿਹੇ ਵੇਰਵੇ ਸਾਹਮਣੇ ਆਏ ਆ। ਪਰ ਇਹਦੇ ਵਿੱਚ ਹੋ ਸਕਦਾ ਵੀ ਨਵਾਂ ਮੋੜ ਆ ਜੇ, ਇਹਦੀ ਕਿ ਆਸ ਘੱਟ ਆ। ਇੱਕ ਤਾਂ ਇਹ ਆ ਵੀ ਉੱਪਰਲੀ ਅਦਾਲਤ ਸੁਪਰੀਮ ਕੋਰਟ ਜਾਂ ਉਸ ਤੋਂ ਪਹਿਲਾਂ ਹਾਈ ਕੋਰਟ ਇਹ ਸਜ਼ਾ ਜਿਹੜੀ ਉਹ ਘਟਾਉਣ ਦੇ ਲਈ ਪ੍ਰਵਾਨਗੀ ਦੇ ਦੇਵੇ। ਤੇ ਦੂਜਾ ਤਰੀਕਾ ਹੈਗਾ ਜੀ ਕਿ ਰਾਸ਼ਟਰਪਤੀ ਦੇ ਵੱਲੋਂ ਸਜ਼ਾ ਮਾਫ ਕੀਤੀ ਜਾਵੇ, ਜਿਹਦੀ ਕਿ ਸੰਭਾਵਨਾ ਬਹੁਤ ਘੱਟ ਆ ਕਿਉਂਕਿ ਜੁਰਮ ਬਹੁਤ ਸੰਗੀਨ ਹੈਗੇ ਆ। ਸੋ ਗੁਰਮੀਤ ਰਾਮ ਰਹੀਮ ਜਿਹੜਾ ਕਿ ਪਿਛਲੇ ਦਿਨੀ ਕਹਿੰਦਾ ਸੀ ਜੀ ਕਿ ਮੇਰੀ ਦਾੜੀ ਚਿੱਟੀ ਹੋ ਗਈ ਹੈ ਤੇ ਮੈਨੂੰ ਇੱਥੇ ਡਾਈ ਚਾਹੀਦੀ ਹੈ, ਮੇਰੇ ਲਈ ਵਸਮੇ ਦਾ ਪ੍ਰਬੰਧ ਕਰੋ, ਮੇਰੇ ਲਈ ਬੁਰਸ਼ ਹੋਵੇ, ਮੇਰੇ ਲਈ ਮੋਚਨਾ ਹੋਵੇ, ਮੇਰੇ ਵਾਸਤੇ ਸ਼ੀਸ਼ਾ ਹੋਵੇ। ਉਹਦੀਆਂ ਮੁਸ਼ਕਲਾਂ ਦੇ ਵਿੱਚ ਹੋਰ ਵਾਧਾ ਹੋ ਗਿਆ ਨਾ। ਤੇ ਉੱਥੇ ਜਿਹੜੀ ਜੱਜ ਸਾਹਿਬ ਦੇ ਮੂਹਰੇ ਇੱਕ ਹੋਰ ਬੇਨਤੀ ਕੀਤੀ ਉਹਦਾ ਜ਼ਿਕਰ ਹੀ ਕਰਨਾ ਭੁੱਲ ਗਏ ਹੋ। ਗੁਰਮੀਤ ਰਾਮ ਰਹੀਮ ਦੀ ਵੀਡੀਓ ਕਾਨਫਰੰਸਿੰਗ ਦੇ ਰਾਹੀਂ ਪੇਸ਼ੀ ਹੋਈ ਆ ਤੇ ਜਿਹੜੇ 4 ਉਹਦੇ ਜੋੜੀਦਾਰ ਆ ਉਹਨਾਂ ਦੀ ਹੋਈ ਆ ਫਿਜ਼ੀਕਲ ਤੌਰ ਦੇ ਉੱਤੇ। ਉਹਨਾਂ ਨੂੰ ਕਹਿਣ ਦਾ ਭਾਵ ਹੈ ਵੀ ਉੱਥੇ ਲਿਆਂਦਾ ਗਿਆ ਸੀਗਾ। ਜੀ ਜੀ। ਸੋ ਗੁਰਮੀਤ ਰਾਮ ਰਹੀਮ ਦੇ ਚਿਹਰੇ ਦੇ ਉੱਤੇ ਪਲੱਤਣ ਛਾਈ, ਉਸ ਵੇਲੇ ਰੰਗ ਉੱਡਿਆ ਤੇ ਉਹਨੇ ਇੱਕ ਮੰਗ ਕੀਤੀ, ਕਹਿੰਦਾ ਦੇਖੋ ਜੀ ਮੈਂ ਹੁਣ ਤੱਕ ਬਹੁਤ ਸਾਰੇ ਲੋਕਾਂ ਦਾ ਨਸ਼ਾ ਛੁਡਾਇਆ, ਨਸ਼ਾ ਛੁਡਾਊ ਕੈਂਪ ਲਾ ਕੇ, ਮੈਨੂੰ ਇਜਾਜ਼ਤ ਦਿੱਤੀ ਜਾਵੇ ਕਿ ਮੈਂ ਜੇਲ੍ਹ ਦੇ ਵਿੱਚੋਂ ਵੀਡੀਓ ਤਿਆਰ ਕਰ ਸਕਾਂ। ਬਹੁਤ ਸਾਰੇ ਲੋਕ ਹਾਲੇ ਵੀ ਨਸ਼ਿਆਂ ਦੀ ਦਲਦਲ ਦੇ ਵਿੱਚ ਫਸੇ ਹੋਏ ਆ, ਮੈਂ ਆਪਣੇ ਉਪਦੇਸ਼ਾਂ ਦੇ ਨਾਲ ਸਾਰਿਆਂ ਦਾ ਮੋੜ ਘਟਾ ਸਕਦਾ, ਮੈਨੂੰ ਜੇਲ੍ਹ ਦੇ ਅੰਦਰ ਹੀ ਵੀਡੀਓ ਬਣਾਉਣ ਦੀ ਇਜਾਜ਼ਤ ਦਿੱਤੀ ਜਾਵੇ। ਤੇ ਜੱਜ ਸਾਹਿਬ ਨੇ 2 ਟੋਕੇ ਗੱਲ ਕਹਿਤੀ। ਉਹ ਕਹਿੰਦੇ ਵੀ ਦੇਖੋ ਮੇਰਾ ਕੰਮ ਸੀਗਾ ਅੱਜ ਤੱਕ ਹੀ ਜੀ, ਆਹ ਗੱਲਾਂ ਜਿਹੜੀਆਂ ਕਰਨੀਆਂ ਇਹ ਤਾਂ ਜਾਂ ਤਾਂ ਜੇਲ੍ਹ ਦੇ ਪ੍ਰਬੰਧਕਾਂ ਦਾ ਕੰਮ ਆ ਤੇ ਜਾਂ ਫਿਰ ਸੂਬੇ ਦੀ ਸਰਕਾਰ ਦਾ ਕੰਮ ਆ। ਭਾਈ ਮੈਨੂੰ ਨਾ ਇਸ ਮਾਮਲੇ ਦੇ ਵਿੱਚ ਲਾਓ। ਬਿਲਕੁਲ ਸਹੀ ਹੈ। ਤੇ ਹੁਣ ਡਾਣਾ ਸਾਹਿਬ ਹਰ ਕੋਈ ਇਸ ਮੁੱਦੇ ਦੇ ਉੱਪਰ ਗੱਲ ਕਰ ਰਿਹਾ ਵੀ ਵੇਖੋ ਸਮਾਂ ਪਲਟੀ ਕਿਵੇਂ ਖਾਂਦਾ ਹੈ, ਕਿਵੇਂ ਸਭ ਕੁਝ ਬਦਲ ਜਾਂਦਾ ਹੈ, ਕਿਵੇਂ ਵਾਪਰ ਜਾਂਦਾ ਹੈ। ਸੋ ਸਮਾਂ ਸਭ ਤੋਂ ਬਲਵਾਨ ਹੈ। ਤੁਹਾਨੂੰ ਨਹੀਂ ਪਤਾ, ਕਹਿੰਦੇ ਹੁੰਦੇ ਆ ਕਿ ਜੋ ਹੋਣਾ ਹੈ ਉਹ ਹੋਣਾ ਹੀ ਹੈ। ਤੁਹਾਨੂੰ ਨਹੀਂ ਪਤਾ ਸੱਚ ਕਦੋਂ ਸਾਹਮਣੇ ਆ ਜਾਣਾ ਹੈ, ਤੁਹਾਨੂੰ ਨਹੀਂ ਪਤਾ ਕਦੋਂ ਤੁਸੀਂ ਕੀ ਤੋਂ ਕੀ ਬਣ ਜਾਣਾ ਹੈ। ਇਸ ਲਈ ਹਮੇਸ਼ਾ ਜਿਹਾ ਬੀਜੋਗੇ ਤਿਹਾ ਵੱਢੋਗੇ। ਬਿਲਕੁਲ। ਇੱਕ ਗੱਲ ਹੋਰ ਆ ਵੀ ਕੁਝ ਕੁ ਲੋਕਾਂ ਨੂੰ ਇਹ ਗੱਲ ਲੱਗਦੀ ਸੀ ਵੀ ਸ਼ਾਇਦ ਗੁਰਮੀਤ ਰਾਮ ਰਹੀਮ ਨੂੰ ਹੁਣ ਪੈਰੋਲ ਮਿਲ ਜਾਣੀ ਹੈ ਜੀ, ਕਿਉਂਕਿ ਚੋਣਾਂ ਦਾ ਮੌਸਮ ਆ। ਚੋਣਾਂ ਦੇ ਮੌਸਮ ਦੇ ਵਿੱਚ ਜੌਂ ਭੁਨਾਵੇ ਗਾਉਂ, ਸਿਆਸਤਦਾਨ ਆਪਣੇ ਗਾਉਂ ਦੀ ਖਾਤਰ ਸ਼ਾਇਦ ਆ ਜਿਹੜੇ ਜੌਂ ਭੁੰਨ ਲੈਣ ਵੀ ਉਹਨੂੰ ਪੈਰੋਲ ਮਿਲ ਜੇ। ਪਰ ਹੁਣ ਇਹ ਵੀ ਕੰਮ ਔਖਾ ਪ੍ਰਤੀਤ ਹੁੰਦਾ ਕਿਉਂਕਿ ਜਿਹੜੇ ਮੌਸਮ ਦੇ ਵਿੱਚ, ਜਿਹੜੇ ਵੇਲੇ ਦੇ ਵਿੱਚ ਪੈਰੋਲ ਦੀ ਆਸ ਸੀ, ਉਸ ਮੌਸਮ ਦੇ ਵਿੱਚ ਤਾਂ ਨਵੇਂ ਸਿਰੇ ਤੋਂ ਸਜ਼ਾ ਸੁਣਾਤੀ ਜੀ। ਸੋ ਮਸਲਾ ਇਹ ਉੱਥੇ ਦਾ ਉੱਥੇ ਰਹਿ ਜਾਣਾ। ਸੋ ਆਉਂਦੇ ਸਮੇਂ ਦੇ ਵਿੱਚ ਗੁਰਮੀਤ ਰਾਮ ਰਹੀਮ ਨੂੰ ਛੇਤੀ ਕਿਤੇ ਉਹਨਾਂ ਦੇ ਭਗਤ ਜਿਹੜੇ ਉਹਨਾਂ ਨੂੰ ਪਿਤਾ ਜੀ ਕਹਿੰਦੇ ਆ ਉਹ ਬਾਹਰ ਸ਼ਾਇਦ ਨਾ ਦੇਖਣ। ਜੀ ਬਿਲਕੁਲ ਸਹੀ ਹੈ। ਤੇ ਬਾਕੀ ਗੱਲ ਇਹ ਹੈ ਕਿ ਸੰਭਲ ਕੇ ਚੱਲਣਾ ਚਾਹੀਦਾ ਹੈ। ਬੁਰੇ ਕੰਮ ਦਾ ਬੁਰਾ ਨਤੀਜਾ, ਹਮੇਸ਼ਾ ਚੰਗਾ ਕਰੋ ਚੰਗਾ ਹੋਏਗਾ। ਤੇ ਹਾਲੇ ਤੱਕ ਹੋਰ ਮਾਮਲਾ ਮਗਰ ਤੁਰਿਆ ਆਉਂਦਾ ਸਾਧੂਆਂ ਨੂੰ ਨਿਪੁੰਸਕ ਕਰਨ ਦਾ ਮਾਮਲਾ, ਉਹਦੇ ਉੱਤੇ ਮਾਨਯੋਗ ਹਾਈ ਕੋਰਟ ਨੇ ਹਾਲ ਦੀ ਘੜੀ ਸਟੇ ਲਾਈ ਆ। ਪਰ ਜੇਕਰ ਸੁਣਵਾਈ ਸ਼ੁਰੂ ਹੋ ਗਈ ਤੇ ਉਸ ਮਾਮਲੇ ਦੇ ਵਿੱਚ ਵੀ ਜੇਕਰ ਸਜ਼ਾ ਹੋ ਜਾਂਦੀ ਆ ਤਾਂ ਫਿਰ ਇਹ ਸਜ਼ਾ ਦੇ ਬਾਰੇ ਹੋਰ ਵੱਧ ਜਾਣੇ ਆ। ਟਾਣਾ ਸਾਹਿਬ ਖਾਸ ਸੱਦਾ ਭੇਜਿਆ ਗਿਆ ਰੋਟੀ ਪਾਣੀ ਦਾ? ਨਹੀਂ। ਚਾਹ ਤੇ ਆਜੋ? ਨਹੀਂ। ਆਓ ਕਿਤੇ ਬੈਠ ਕੇ ਗੱਪਸ਼ਪ ਮਾਰਦੇ ਆ? ਉਹ ਨਹੀਂ। ਹੋਰ ਕੋਈ ਪਰਿਵਾਰਕ ਦੁੱਖ ਸੁੱਖ ਸਾਂਝਾ ਕਰਦੇ ਆ? ਨਾ ਭਈ ਨਾ। ਤੇ ਫਿਰ ਕਾਹਦਾ ਸੱਦਾ ਹੋਇਆ? ਸੱਦਾ ਤਾਂ ਇਹੀ ਹੁੰਦਾ। ਹਾਂ, ਤੁਸੀਂ ਪਹਿਲਾਂ ਇਹ ਸਵਾਲ ਪੁੱਛਣਾ ਸੀ ਕਿਹਨੇ ਸੱਦਾ ਭੇਜਿਆ ਤੇ ਕਿਹਨੂੰ ਭੇਜਿਆ। ਨਹੀਂ, ਮੈਂ ਤਾਂ ਸੱਦੇ ਦਾ ਅਰਥ ਇੱਕੋ ਹੀ ਕੱਢਦਾ ਵੀ ਆਓ ਯਾਰ ਬੈਠ ਕੇ ਗੱਲਬਾਤ ਕਰਦੇ ਆ, ਕਦੇ ਚਾਹ ਦਾ ਪਿਆਲਾ ਸਾਂਝਾ ਕਰਕੇ 7 ਮੋਰੀਆਂ ਵਾਲੇ ਬਿਸਕੁਟ ਖਾਈਏ, ਆਜੋ ਮੂਲੀ ਵਾਲੇ ਪਰੌਂਠੇ ਖਾਣੇ ਆ, ਗੋਭੀ ਵਾਲੇ ਖਾਣੇ ਆ। ਅੱਛਾ, ਇਹ ਆਪਾਂ ਨੂੰ ਨਹੀਂ ਆਇਆ ਪਿਆਲੇ ਵਾਲਾ ਕਹਿੰਦਾ ਵੀ ਭਾਈ ਆਜਾ ਪਿਆਲਾ ਖੜਕਾਉਨੇ ਆ। ਹਾਂ, ਜਾਂ ਆਜਾ ਜਾਂ ਬੁਲਾ ਲਾ। ਅੱਛਾ, ਆਪਾਂ ਨੂੰ ਕੋਈ ਰੋਟੀ ਪਾਣੀ ਦਾ ਸੱਦਾ ਨਹੀਂ ਆਇਆ ਟਾਣਾ ਸਾਹਿਬ। ਇਹ ਕਿਸੇ ਹੋਰ ਦੀ ਗੱਲ ਕਰ ਰਹੀ ਸੀ ਮੈਂ। ਪਹਿਲਾਂ ਇਹ ਸਵਾਲ ਕਰੋ ਕਿਹਨੇ ਸੱਦਿਆ ਤੇ ਕਿਹਨੂੰ ਸੱਦਿਆ? ਸੱਦਿਆ ਕਿਹਨੇ ਜੀ? ਸੱਦਿਆ ਕਿਹਨੂੰ? ਨਵਜੋਤ ਕੌਰ ਸਿੱਧੂ ਹੋਰਾਂ ਨੇ ਸੱਦਿਆ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ। ਉਹ ਕਿਉਂ? ਕੀ ਲੱਗਦਾ ਤੁਹਾਨੂੰ ਕਿ ਸ਼ਾਇਦ ਸਾਰੇ ਗੁੱਸੇ ਗਿਲੇ ਦੂਰ ਹੋ ਗਏ? ਲੱਗਦਾ ਤਾਂ ਕਿ ਸ਼ਾਇਦ ਉਹ ਕਹਿੰਦੇ ਹੋਣਗੇ ਕੈਪਟਨ ਸਾਹਿਬ ਛੱਡੋ ਜੋ ਬੀਤਿਆ, ਆਪਾਂ ਭੁਲਾ ਦਿੰਨੇ ਆ ਸਭ ਕੁਝ। ਮੇਰੇ ਘਰ ਵਾਲੇ ਨਾਲ ਬਿਲਕੁਲ ਬਣਾ ਕੇ ਰੱਖਿਆ ਕਰੋ। ਜੀ ਬਿਲਕੁਲ, ਦੋਵੇਂ ਜਣੇ ਇਕੱਠੇ ਨਵੀਂ ਪਾਰਟੀ। ਹਾਂ, ਜਾਓ ਜੋ ਹੋ ਗਿਆ ਹੋ ਗਿਆ। ਹਾਂ, ਫਿਰ ਵੀ ਭੈਣ ਭਰਾਵਾਂ ਵਾਂਗੂ ਰਹਿੰਦੇ ਆਪਾਂ। ਬਿਲਕੁਲ ਸਹੀ ਹੈ, ਪਰ ਇਦਾਂ ਦਾ ਕੁਝ ਨਹੀਂ ਹੋਇਆ। ਉਹਨਾਂ ਨੇ ਤਾਂ ਉਲਟਾ ਦਾਵਾ ਕਰਤਾ।
ਦਾਵਾ ਕਰਤਾ। ਮਤਲਬ ਉਹਨਾਂ ਦਾ ਕਹਿਣ ਦਾ ਮਤਲਬ ਇਹ ਸੀ, ਉਹ ਕਹਿੰਦੇ ਮੈਨੂੰ ਇਹ ਦੱਸੋ ਪਹਿਲੀ ਗੱਲ ਤਾਂ ਲੋਕਾਂ 'ਚ ਵੱਧ ਮਸ਼ਹੂਰ ਕੌਣ ਆ, ਨਵਜੋਤ ਸਿੰਘ ਸਿੱਧੂ ਕੇ ਕੈਪਟਨ ਅਮਰਿੰਦਰ ਸਿੰਘ? ਮੈਂ ਕਿਤੇ ਥਾਣੇ ਜਾ ਕੇ ਦਾਵਾ ਕਰਿਆ। ਉਹ ਨਹੀਂ ਮੈਂ ਤਾਂ ਹੀ ਕਿਹਾ ਸੀ ਮੇਰੇ ਕਹਿਣ ਦਾ ਮਤਲਬ ਹੈ, ਪੂਰੀ ਗੱਲ ਸੁਣਿਆ ਕਰੋ। ਉਹ ਕਹਿੰਦੇ ਦੱਸੋ ਕੌਣ ਮਸ਼ਹੂਰ ਹੈ, ਨਵਜੋਤ ਸਿੰਘ ਸਿੱਧੂ ਕੇ ਕੈਪਟਨ ਅਮਰਿੰਦਰ ਸਿੰਘ? ਦੇਖੋ ਹੁਣ ਤਾਂ ਸੋਚਣਾ ਹੀ ਪੈਣਾ ਕਿਉਂਕਿ ਉਹਨੇ ਮਸਲੇ ਹੱਲ ਨਹੀਂ ਕੀਤੇ, ਇਹ ਤੋਂ ਮਸਲੇ ਹੱਲ ਨਹੀਂ ਹੁੰਦੇ। ਇੱਕ ਵਾਰ ਦੁਬਾਰਾ ਕਿਉਂ? ਹੁਣ ਤਾਂ ਸੋਚਣਾ ਹੀ ਪੈਣਾ ਕਿਉਂਕਿ ਕੈਪਟਨ ਅਮਰਿੰਦਰ ਸਿੰਘ ਦੀ ਕੁਰਸੀ ਗਈ ਇਸ ਕਰਕੇ ਵੀ ਉਹਨੇ ਮਸਲੇ ਨਹੀਂ ਹੱਲ ਕੀਤੇ। ਜਿਹਦੇ ਕਰਕੇ ਗਈ ਤੇ ਉਹ ਕਹਿੰਦਾ ਵੀ ਹੁਣ ਨਵਾਂ ਵੀ ਨਹੀਂ ਕਰਦਾ ਕੁਝ। ਤੇ ਨਵੇਂ ਨੇ ਵੀ ਕਹਿਤਾ ਕਿ ਵਾਰ-ਵਾਰ ਮੈਨੂੰ ਨਾ ਮੁੱਦੇ ਚੇਤੇ ਕਰਾਉਣ ਦੀ ਲੋੜ ਨਹੀਂ, ਮੈਨੂੰ ਪਤਾ ਹੈ ਕਿਹੜੇ ਮੁੱਦੇ ਆ। ਹਾਂ ਮੈਂ ਆਮਿਰ ਖਾਨ ਨਹੀਂ, ਗਜਨੀ ਫਿਲਮ ਨਹੀਂ ਬਣਾਈ ਸੀ। ਬਿਲਕੁਲ ਸਹੀ ਹੈ, ਉਹ ਛੱਡੋ ਤੁਸੀਂ। ਉਹਨਾਂ ਨੇ ਸੱਦਾ ਹੀ ਦਿੱਤਾ, ਉਹ ਕਹਿੰਦੇ ਕਿ ਕੈਪਟਨ ਸਾਹਿਬ ਨੂੰ ਜੇ ਆਪਣੇ ਆਪ ਦੇ ਉੱਪਰ ਇੰਨਾ ਹੀ ਮਾਣ ਆ ਨਾ ਤੇ ਆ ਜਾਓ ਅੰਮ੍ਰਿਤਸਰ ਦੇ ਵਿੱਚ ਸਾਡੇ ਖਿਲਾਫ ਚੋਣ ਲੜ ਕੇ ਵੇਖ ਲਓ। ਦੇਖੋ ਇਹ ਨਾ ਜਿਹੜੀਆਂ ਗੱਲਾਂ ਇਹ ਮੈਨੂੰ ਲੱਗਦਾ ਮਨੋਰੰਜਨ ਜੀ ਵਾਲੀਆਂ। ਹੋਰ ਕੀ ਹੈ? ਹੁਣ ਕੈਪਟਨ ਅਮਰਿੰਦਰ ਸਿੰਘ ਕਹਿਣਗੇ ਕੋਈ ਗੱਲ ਨਹੀਂ, ਤੁਸੀਂ ਇੱਥੇ ਆ ਕੇ ਚੋਣ ਲੜ ਕੇ ਦਿਖਾਓ, ਜ਼ਮਾਨਤ ਜ਼ਬਤ ਕਰਾ ਦਿਆਂਗਾ ਮੈਂ। ਜੀ ਆਈ ਡੋਂਟ ਅੰਡਰਸਟੈਂਡ ਯੂਰ ਬਸ ਪੰਜਾਬੀ ਚ ਉਹ ਅੰਗਰੇਜ਼ੀ ਬੋਲਦੇ ਆ ਨਾ। ਹਾਂ ਤੁਸੀਂ ਪੰਜਾਬੀ, ਮੈਂ ਤਾਂ ਪੰਜਾਬੀ ਬੋਲਦਾ, ਇਸੇ ਕਰਕੇ ਤਾਂ ਮੈਨੂੰ ਅੰਗਰੇਜ਼ੀ ਨਹੀਂ ਆਉਂਦੀ। ਨਾ ਆਵੇ ਤਾਂ ਨਾ ਆਵੇ, ਹਾਂ ਨਾ ਆਵੇ ਤਾਂ ਨਾ ਆਵੇ, ਐਡੀ ਕਿਹੜੀ ਗੱਲ ਹੈ। ਪਰ ਦੇਖੋ ਕੈਪਟਨ ਅਮਰਿੰਦਰ ਸਿੰਘ ਕਹਿ ਦਿੰਦੇ ਵੀ ਇੱਥੋਂ ਆ ਜੇ ਮੈਂ ਜ਼ਮਾਨਤ ਜ਼ਬਤ ਕਰਾ ਦਿਆਂਗਾ, ਉਹ ਕਹਿੰਦੇ ਇੱਥੇ ਆ ਜਾ ਤੇਰਾ ਪਤਾ ਲੱਗ ਜਾਊਗਾ। ਤੇ ਬੀਬੀ ਨਵਜੋਤ ਕੌਰ ਸਿੱਧੂ ਨੇ ਵੀ ਗੱਲ ਕਹੀ ਆ, ਉਹ ਕਹਿੰਦੇ ਵੀ ਕੈਪਟਨ ਸਾਹਿਬ ਅੰਮ੍ਰਿਤਸਰ ਤੋਂ ਆ ਕੇ ਚੋਣ ਲੜੋ ਨਵਜੋਤ ਸਿੰਘ ਸਿੱਧੂ ਦੇ ਬਰਾਬਰ, ਪਤਾ ਲੱਗ ਜੂ ਤੁਹਾਡੇ ਦੋਵਾਂ ਚੋਂ ਮਸ਼ਹੂਰ ਕੌਣ ਆ। ਤੁਹਾਡੇ ਆਉਣ ਦਾ, ਰਹਿਣ ਦਾ ਤੇ ਰੋਟੀ ਪਾਣੀ ਦਾ ਪ੍ਰਬੰਧ ਅਸੀਂ ਕਰਾਂਗੇ, ਬੇਫਿਕਰ ਰਹੋ, ਪਤਾ ਲੱਗ ਜੂ ਕੌਣ ਕਿੰਨੇ ਪਾਣੀ ਚ। ਉਹ ਤੁਸੀਂ ਇੱਕ ਦੂਜੇ ਨੂੰ ਬੁਲਾ ਕੇ ਨਹੀਂ ਰਾਜੀ, ਉਹ ਤੁਸੀਂ ਇੱਕ ਦੂਜੇ ਨੂੰ ਵੇਖ ਕੇ ਨਹੀਂ ਰਾਜੀ। ਹੁਣ ਤੁਸੀਂ ਰੋਟੀ ਪਾਣੀ ਦਾ ਪ੍ਰਬੰਧ ਕਰੋਗੇ। ਜਿਸ ਦਿਨ ਪ੍ਰਧਾਨਗੀ ਸੰਭਾਲਣੀ ਸੀ ਉਸ ਦਿਨ ਜਦੋਂ ਐਂ ਕਰਦੇ ਸੀ ਉਹਦੇ ਇੱਕ ਦੂਜੇ ਨਾਲ ਅੱਖ ਵੀ ਨਹੀਂ ਮਿਲਾਈ। ਉਦੋਂ ਤਾਂ ਸਿਸਵਾ ਫਾਰਮ ਹਾਊਸ ਜਾ ਕੇ ਚਾਹ ਪੀ ਕੇ ਵੀ ਨਹੀਂ ਮੰਨੇ, ਟਕਾ ਕੇ ਠੋਕੋ। ਉਦੋਂ ਤਾਂ ਵਿਚਾਰਿਆਂ ਨੇ 7 ਮੋਰੀਆਂ ਵਾਲੇ ਬਿਸਕੁਟ ਮੰਗਾਏ, ਕਿੰਨਾ ਕੁਛ ਮੰਗਾਇਆ ਟਾਣਾ ਸਾਹਿਬ। ਮੈਂ ਉਸ ਦਿਨ ਜਦੋਂ ਐਂ ਕਰਦੇ ਸੀ ਸੰਧੂ ਸਾਹਿਬ ਤਾਂ ਮੈਂ ਕਿਹਾ ਕਿਤੇ ਬੈਟ ਫੜਨ ਲੱਗੇ ਆ, ਇਹ ਬੋਲਿੰਗ ਕਰਾਉਣਗੇ। ਤੇ ਉਦੋਂ ਉਹਨਾਂ ਦੀ ਚਾਹ ਤਾਂ ਤੁਹਾਨੂੰ ਸਵਾਦ ਨਾ ਲੱਗੀ ਤਾਂ ਅਗਲੇ ਆਉਣਗੇ ਹੁਣ ਤੁਹਾਡੀਆਂ ਰੋਟੀਆਂ ਖਾਣ। ਉਹ ਖਾਣਗੇ ਮਾਲ ਪੂੜੇ। ਕਿਤੇ ਐਂ ਤਾਂ ਨਹੀਂ ਕਹਿੰਦੇ ਵੀ ਕੈਪਟਨ ਸਾਹਿਬ ਆ ਜਾਓ ਅਸੀਂ ਚੀਕੂ ਤੇ ਸੀਤਾਫਲ ਦਾ ਮਸਲਾ ਹੱਲ ਕਰ ਲਿਆ? ਨਹੀਂ ਮੈਂ ਨਹੀਂ ਇਹਨਾਂ ਗੱਲਾਂ 'ਚ ਪਹਿਲਾਂ ਦੇਖੋ ਪੇਟੀਆਂ ਮੰਗਵਾਈਆਂ ਹੋਈਆਂ ਨੇ। ਮੈਂ ਸਧਾਰਨ ਬੰਦਾ, ਮੈਂ ਨਹੀਂ ਮਹਿੰਗੇ ਫਲ ਖਾਂਦਾ। 80 ਰੁਪਏ ਕਿਲੋ ਤਾਂ ਸੇਬ ਹੀ ਹੋਏ ਪਏ ਆ। ਤੁਹਾਨੂੰ ਕਿਹਨੇ ਸੱਦਿਆ ਟਾਣਾ ਸਾਹਿਬ? ਮੈਂ ਤਾਂ ਸਧਾਰਨ ਬੰਦਾ, ਕਦੇ ਨਾ ਕਦੇ ਲਲਚਾਇਆ ਜਾਂਦਾ ਮਨ। ਉਹ ਨਹੀਂ, ਚੀਕੂ ਸੀਤਾਫਲ ਤੁਹਾਡੇ ਲਈ ਨਹੀਂ ਹੈ, ਉਹ ਜਿਨ੍ਹਾਂ ਲਈ ਹੈ ਉਹਨਾਂ ਲਈ ਹੈ, ਵੱਡੇ ਵੱਡੇ ਲੋਕਾਂ ਵਾਸਤੇ ਆ। ਹਾਂ ਪਰ ਵੱਡੇ ਲੋਕ ਵੀ ਕੀ ਮੰਗ ਰਹੇ, ਚੀਕੂ ਤੇ ਸੀਤਾਫਲ? ਉਹ ਫਿਰ ਐਂ ਹੀ ਹੁੰਦਾ, ਸਿਆਣਾ ਬੰਦਾ ਤਾਂ ਵੱਡੇ ਲੋਕਾਂ ਦਾ ਕੀ ਪਤਾ ਹੁੰਦਾ, ਕਈ ਵਾਰੀ ਚਿਬੜਾਂ ਤੇ ਵਰ ਜਾਂਦੇ ਆ। ਇਹ ਵੀ ਗੱਲ ਸਹੀ ਹੈ। ਹਾਂ ਜਿਹੜੀ ਚੀਜ਼ ਘੱਟ ਵੇਖੀ ਹੋਵੇ ਉਹ ਚੀਜ਼ ਬੜੀ ਮਹੱਤਵਪੂਰਨ ਲੱਗਦੀ ਆ ਜੀ। ਹੁਣ ਦੇਖੋ ਮੇਰੇ ਤਾਂ ਪਸੰਦ ਦੇ ਬੜੇ ਚਿਬੜ ਆ, ਮੇਰੇ ਯਾਰ ਬੇਲੀ ਮੇਰੀ ਬੇਨਤੀ ਨੂੰ ਸਵੀਕਾਰ ਵੀ ਕਰ ਲੈਂਦੇ ਆ, ਪਰ ਕਈ ਵੱਡੇ ਵੱਡੇ ਲੋਕਾਂ ਨੇ ਚਿਬੜ ਹੀ ਨਹੀਂ ਵੇਖੇ ਜੀ। ਉਹਨਾਂ ਨੂੰ ਚਿਬੜ ਮੈਂ ਦਿਖਾਏ ਵੀ ਭਾਈ ਆਹ ਬੰਦਾ ਹੀ ਨਹੀਂ ਚਿਬੜ ਵਰਗਾ ਹੁੰਦਾ, ਆ ਚਿਬੜਾ ਹੀ ਹੁੰਦਾ। ਪਰ ਚਿਬੜ ਇਹਨਾਂ ਕਿਊਟ ਹੁੰਦਾ ਤੇ ਆਪਾਂ ਐਵੇਂ ਕਹਿੰਦੇ ਰਹਿੰਦੇ ਆ ਚਿਬੜ ਵਰਗਾ। ਸਾਡੇ ਦਫ਼ਤਰ 'ਚ ਪਤਾ ਕੀ ਕਰ ਲੈ, ਆ ਚਿਬੜ ਵਰਗਾ ਬੰਦਾ, ਮੈਂ ਜਦੋਂ ਚਿਬੜ ਦਿਖਾਉਂਗਾ ਤੁਸੀਂ ਕਿਹੜੇ ਦੇ ਵਰਗਾ? ਬਿਲਕੁਲ ਨਹੀਂ। ਬਿਲਕੁਲ ਸਹੀ, ਚਿਬੜ ਤਾਂ ਇਹਨਾਂ ਕਿਊਟ ਜਿਹਾ ਹੁੰਦਾ। ਖੱਖੜੀ ਦੇਖੋ, ਵੱਡੇ ਲੋਕਾਂ ਨੇ ਇੱਧਰ ਦੁਆਬੇ 'ਚ ਖੱਖੜੀ ਨਹੀਂ ਵੇਖੀ, ਕਈਆਂ ਨੇ ਨਹੀਂ ਵੇਖੀ। ਕੱਕੜੀ ਤਾਂ ਤਰ ਹੁੰਦੀ ਹੈ ਜੀ, ਉਹ ਦੇਖੀ ਹੈ। ਖੱਖੜੀ ਹੋਰ ਆ, ਖਰਬੂਜੇ ਦੀ ਭੈਣ। ਗੁਆਰੇ ਦੀਆਂ ਫਲੀਆਂ ਵੀ ਦੱਸ ਦੋ। ਇਹ ਸਾਡੇ ਮਾਲਵੇ ਦੇ 3 ਮੇਵੇ ਆ। ਮੇਰੇ ਕਈ ਸਾਥੀ ਮੇਰੀ ਬੇਨਤੀ ਨੂੰ ਪ੍ਰਵਾਨ ਕਰਕੇ ਦੇ ਦਿੰਦੇ ਆ। ਝਾੜ ਕਰੇਲੇ ਰਹਿ ਗਏ। ਝਾੜ ਕਰੇਲੇ। ਤੁਹਾਨੂੰ ਕੀ ਪਤਾ ਇਹਨਾਂ ਗੱਲਾਂ ਦਾ? ਆਪਾਂ ਉਹਨਾਂ ਦੀ ਲੜਾਈ ਸੁਲਝਾਉਣੀ ਸੀ। ਹਰਮਨ ਜੀ, ਆਸਟ੍ਰੇਲੀਆ ਦੀ ਇੱਕ ਯੂਨੀਵਰਸਿਟੀ ਦੇ ਵੱਲੋਂ ਸਰਵੇਖਣ ਦਾ ਨਤੀਜਾ ਸਾਹਮਣੇ ਲਿਆਂਦਾ ਗਿਆ। ਉਹਨਾਂ ਨੇ ਕੀਤਾ ਹਜ਼ਾਰਾਂ ਹੀ ਲੋਕਾਂ ਦੇ ਉੱਤੇ ਸਰਵੇਖਣ। ਉਹਦੇ ਵਿੱਚ ਇਹ ਗੱਲ ਕਹੀ ਗਈ ਹੈ ਵੀ ਜਿਹੜੇ ਸੋਸ਼ਲ ਮੀਡੀਆ ਦੇ ਨਾਲ ਜੁੜੇ ਹੋਏ ਲੋਕ ਆ ਤੇ ਬੇਹੱਦ ਜੁੜੇ ਹੋਏ ਲੋਕ ਆ, ਜਿਹੜੇ ਮਿੰਟ ਨਹੀਂ ਪੈਣ ਦਿੰਦੇ ਵੀ ਵੇਂਦੇ ਆ ਵੀ ਭਾਈ ਠੀਕ ਹੈ ਸਾਡਾ ਸਾਰਾ ਕੁਝ ਮੋਬਾਈਲ ਦੇ ਵਿੱਚ। ਜੇ ਮੋਬਾਈਲ ਵੱਜੇ ਨਾ ਐ ਲੱਗਦਾ ਵੀ ਇਹ ਮੋਬਾਈਲ ਖਰਾਬ ਹੋ ਗਿਆ, ਇਹਦੇ ਵਿੱਚੋਂ ਇਹਦੀ ਮੌਤ ਹੋ ਚੁੱਕੀ ਆ, ਇਹਦਾ ਅਸੀਂ ਕੁਝ ਨਾ ਕੁਝ ਸੋਚ ਗਏ। ਜੀ ਠੀਕ ਹੈ ਨਾ। ਤੇ ਉਹ ਕਹਿੰਦੇ ਵੀ ਪਤਾ ਲੱਗਾ ਜੀ ਕਿ ਇਹ 45 ਦੇ ਕਰੀਬ ਵੱਖ-ਵੱਖ ਸਮੱਸਿਆਵਾਂ ਤੋਂ ਪੀੜਤ ਹੋ ਜਾਂਦੇ ਸਰਵੇਖਣ ਦੇ ਮੁਤਾਬਕ, ਜਿਹੜੇ ਲੋਕ ਸੋਸ਼ਲ ਮੀਡੀਆ ਦੀ ਅੰਨ੍ਹੇਵਾਹ ਵਰਤੋਂ ਕਰਦੇ ਆ। ਕਹਿੰਦੇ ਤਣਾਅ, ਅੱਖਾਂ ਦੀ ਰੋਸ਼ਨੀ ਘਟਣਾ, ਕੰਮ 'ਚ ਮਨ ਨਾ ਲੱਗਣਾ, ਨੀਂਦ ਨਾ ਆਉਣਾ, ਮੁੰਡਾ ਕੁੜੀ ਬਣ ਜਾਂਦਾ, ਕੁੜੀ ਮੁੰਡਾ ਬਣ ਜਾਂਦੀ ਆ, ਘਰਦਿਆਂ ਦੇ ਨਾਲ ਲੜਾਈ ਝਗੜਾ ਰਹਿਣਾ, ਤੇ ਹੋਰ ਤਨਖਾਹ ਘਟ ਜਾਣੀ, ਜਾਂ ਹੋਰ ਤੁਹਾਡਾ ਕੰਮ ਤੋਂ ਦੂਰ ਉਚਾਟ ਹੋ ਜਾਣਾ, ਤੇ ਹੋਰ ਬਹੁਤ ਸਾਰੀਆਂ ਸਮੱਸਿਆਵਾਂ। ਮਾਨਸਿਕ अवसाद पैदा होता है इसमें।
ਹਿੰਦੀ 'ਚ ਲਿਖਿਆ ਨਾ, ਪੰਜਾਬੀ 'ਚ ਆ ਜਾਓ। ਇਦਾਂ ਦੀਆਂ ਗੱਲਾਂ ਉਸ ਵਿੱਚ ਲਿਖੀ ਹੈ। ਜਦੋਂ ਤੁਸੀਂ ਹਿੰਦੀ ਬੋਲਦੇ ਹੋ ਨਾ, ਮੈਨੂੰ ਇੱਕ ਬਹੁਤ ਮਸ਼ਹੂਰ ਜਿਹੜੀ ਪਾਰਟੀ ਆ, ਸਿਆਸੀ ਪਾਰਟੀ, ਉਹਨਾਂ ਦੇ ਕੁਝ ਇੱਕ ਆਗੂ ਚੇਤੇ ਆ ਜਾਂਦੇ ਨੇ, ਆ ਜਾਣ। ਪੰਜਾਬੀ 'ਚ ਰਹੋ। ਹਮੇਸ਼ਾ ਹਰ ਚੀਜ਼ ਯਾਦ ਰੱਖਣੀ ਚਾਹੀਦੀ ਹੈ। ਲੋਕ ਰੱਖਦੇ ਨਹੀਂ, ਆਹੀ ਤਾਂ ਰੋਣਾ ਜੀ। ਪਰ ਗੱਲ ਇਹ ਹੈ ਕਿ ਉਹਦੇ ਵਿੱਚ ਇਹ ਵੀ ਲਿਖਿਆ ਹੋਇਆ ਸੀ, ਜਿਹੜਾ ਨਤੀਜਾ ਸਾਹਮਣੇ ਆਇਆ ਹੈ, ਕਿ ਜਿਹੜੇ ਲੋਕ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਦੀ ਵਰਤੋਂ ਕਰਦੇ ਨੇ, ਉਹ ਲੋਕ ਪੈਸੇ ਪੱਖੋਂ ਵੀ ਆਪਣਾ ਬਹੁਤ ਜ਼ਿਆਦਾ ਨੁਕਸਾਨ ਕਰ ਬੈਠਦੇ ਨੇ। ਆਹੋ, ਜਦੋਂ ਕੰਮ 'ਚ ਮਨ ਨਾ ਲਾਵਾਂਗੇ ਤੇ ਪੈਸੇ ਦਾ ਨੁਕਸਾਨ ਹੋਣਾ ਹੀ ਹੈ। ਜਦੋਂ ਸਾਰੀ ਰੜੀ ਇਹੀ ਦੇਖੀ ਜਾਵਾਂਗੇ ਵੀ ਕਿਹਨੇ ਕਿਹਨੂੰ ਕੀ ਕਹਿਤਾ, ਆ ਜਿਹੜਾ ਜੀ ਗਾਣਾ ਨਵਾਂ ਆ ਗਿਆ, ਆ ਜੀ ਫਿਲਮ ਦੇ ਵਿੱਚ ਇਹਨੇ ਐ ਪਸੂੜੀ ਪਾਤੀ, ਇਹਨੇ ਐ ਕਰਤਾ, ਮੈਂ ਇਹਨੂੰ ਹੀ ਗਾਲ ਕੱਢ ਲਾਂ ਮੜੀ ਜੀ, ਹੁਣ ਮੈਂ ਉਹਨੂੰ ਕੱਢ ਦਿਆਂ, ਤੇ ਕੰਮ 'ਚ ਮਨ ਕਿੱਥੇ ਲੱਗਣਾ। ਇਹ ਵੀ ਨਾ ਸੱਚੀ ਗਾਲ ਵੀ ਕੁਪੋਸ਼ਣ ਦਾ ਸ਼ਿਕਾਰ ਆਸਟ੍ਰੇਲੀਆ ਦੇ ਸਰਵੇਖਣ ਵਾਲਿਆਂ ਨੇ ਗਾਲ ਤਾਂ ਵਿੱਚ ਲਿਖਿਆ ਹੀ ਨਹੀਂ, ਵੀ ਇਸੇ ਗਾਲੇ ਵੀ ਆਤੀ ਹੈ। ਅਸਲ 'ਚ ਉਹਨਾਂ ਨੇ ਸਰਵੇਖਣ ਆਸਟ੍ਰੇਲੀਆ 'ਚ ਰਹਿ ਕੇ ਕੀਤਾ, ਪੰਜਾਬ ਜਾ ਕੇ ਕਰਨ, ਪੰਜਾਬ ਜਾ ਕੇ ਕਰਨ, ਕਈ ਸਾਰੇ ਹੋਰ ਸਿੱਟੇ ਸਾਹਮਣੇ ਆਉਣਗੇ। 45 ਜਾਂ 95 ਹੋ ਜਾਣੇ। ਗੱਲ ਸਹੀ ਹੈ, ਪਰ ਠੀਕ ਹੈ, ਵਰਤੋਂ ਸੋਸ਼ਲ ਮੀਡੀਆ ਅੱਜ ਦੇ ਦੌਰ ਦੇ ਵਿੱਚ ਜ਼ਰੂਰਤ ਬਣ ਗਈ ਹੈ ਹਰ ਇੱਕ ਦੀ, ਕਿਉਂਕਿ ਬਹੁਤ ਸਾਰੀਆਂ ਇਹੋ ਜਿਹੀਆਂ ਗੱਲਾਂ ਜਿਹੜੀਆਂ ਕਿ ਵੈਸੇ ਤੁਹਾਨੂੰ ਅਖਬਾਰਾਂ ਰਾਹੀਂ, ਖਬਰਾਂ ਰਾਹੀਂ ਨਹੀਂ ਪਤਾ ਲੱਗਦੀਆਂ, ਉਹ ਤੁਹਾਨੂੰ ਸੋਸ਼ਲ ਮੀਡੀਆ ਤੇ ਪਤਾ ਲੱਗਦੀਆਂ ਰਹਿੰਦੀਆਂ ਨੇ। ਤੁਸੀਂ ਬਹੁਤ ਕੁਝ ਸਿੱਖਦੇ ਵੀ ਹੋ ਸੋਸ਼ਲ ਮੀਡੀਆ ਤੋਂ, ਪਰ ਲੋੜੋਂ ਵੱਧ ਕਿਸੇ ਵੀ ਚੀਜ਼ ਦੀ ਵਰਤੋਂ ਨੁਕਸਾਨਦਾਇਕ ਹੁੰਦੀ ਹੈ। ਮੈਂ ਤੁਹਾਨੂੰ ਇੱਕ ਹੋਰ ਉਦਾਹਰਨ ਦਿੰਦਾ ਵੀ ਤਲਬ ਕਿਹੋ ਜਿਹੀ ਹੈ। ਸੋਸ਼ਲ ਮੀਡੀਆ ਜਿਹੜੀ ਤਲਬ ਦਾ ਉਦਾਹਰਨ ਹੈ ਇੱਕ, ਕਿ ਆ ਡਾਕਟਰ ਮਨਮੋਹਨ ਸਿੰਘ ਡੇਂਗੂ ਪੀੜਤ ਹੋਣ ਕਰਕੇ ਹਸਪਤਾਲ 'ਚ ਦਾਖਲ ਆ, ਸਿਹਤ ਮੰਤਰੀ ਪਤਾ ਲੈਣ ਗਏ, ਨਾਲ ਫੋਟੋਗ੍ਰਾਫਰ ਲੈ ਗਏ। ਬਿਲਕੁਲ ਸਹੀ, ਜਿਹਦਾ ਉਹਨਾਂ ਦੇ ਪਰਿਵਾਰ ਨੇ ਬਹੁਤ ਵਿਰੋਧ ਕੀਤਾ। ਇਸ ਦੇ ਬਾਵਜੂਦ ਫੋਟੋਆਂ ਖਿੱਚ ਕੇ ਸੋਸ਼ਲ ਮੀਡੀਆ ਤੇ ਪਾ ਗਿਆ। ਇਹਨੂੰ ਕਹਿੰਦੇ ਹੈ ਬੇਹੱਦ ਮਾੜੀ ਤਲਬ ਜੀ। ਔਰ ਉਸ ਤੋਂ ਅਗਲੀ ਮਾੜੀ ਤਲਬ ਸੁਣ ਲਓ, ਕਈ ਮੀਡੀਆ ਵਾਲੇ ਇੰਨੇ ਕਾਲੇ ਸੀ ਕਿ ਉਹਨਾਂ ਨੇ ਪਹਿਲਾਂ ਹੀ ਨਾ ਪੱਖੀ ਖਬਰਾਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ, ਹਾਲਾਂਕਿ ਸਭ ਕੁਝ ਠੀਕ ਠਾਕ ਹੈ, ਉਹ ਸਟੇਬਲ ਨੇ, ਹਨਾ, ਉਹ ਹਾਲੇ ਚੜ੍ਹਦੀ ਕਲਾ 'ਚ ਰਹਿਣ, ਤੰਦਰੁਸਤ ਰਹਿਣ, ਇਹਦੀ ਅਸੀਂ ਕਾਮਨਾ ਕਰਦੇ ਹਾਂ। ਬਿਲਕੁਲ ਸਹੀ, ਪਰ ਕੁਝ ਇੱਕ ਤਾਂ ਮੀਡੀਆ ਵਾਲੇ ਇੰਨੇ ਕਾਲੇ ਸੀ ਵੀ ਉਹਨਾਂ ਨੇ ਕਿਹਾ ਵੀ ਅਸੀਂ ਲੋਕਾਂ ਨੂੰ ਸਭ ਤੋਂ ਪਹਿਲਾਂ ਦੱਸ ਦਈਏ ਵੀ ਆਹ ਹੋ ਗਿਆ, ਤੇ ਸੱਚ ਦੇ ਬਾਰੇ ਉਹਨਾਂ ਨੇ ਗੱਲ ਹੀ ਨਹੀਂ ਕੀਤੀ ਵੀ ਅਸਲ ਹੈ ਕੀ। ਸੋ ਇੰਨੇ ਕਾਲੇ ਨਾ ਹੋਵੋ, ਸੋਸ਼ਲ ਮੀਡੀਆ ਵਰਤਣ ਦੇ ਲਈ ਹੈ, ਪਰ ਕਿਤੇ ਐ ਨਾ ਹੋਏ ਕਿ ਸੋਸ਼ਲ ਮੀਡੀਆ ਤੁਹਾਨੂੰ ਵਰਤ ਜਾਏ। ਵਰਤ ਰਿਹਾ ਜੀ, ਵਰਤਦਾ ਪਿਆ। ਸੋ ਬਾਕੀ ਇਹਨਾਂ ਗੱਲਾਂ ਦੇ ਨਾਲ ਹੀ ਚੱਲੀਏ ਹੁਣ। ਬਿਲਕੁਲ ਜੀ, ਅੱਜ ਤੁਸੀਂ ਆਪਣੀ ਪਸੰਦ ਦਾ ਸਵਾਲ ਪੁੱਛੋ। ਅੱਜ ਆਪਾਂ ਟਾਣਾ ਸਾਹਿਬ ਤੁਹਾਡੀ ਗੱਲ ਦੇ ਨਾਲ ਜੁੜਿਆ ਹੋਇਆ ਸਵਾਲ ਪੁੱਛਦੇ ਹਾਂ। ਜਿਵੇਂ ਤੁਸੀਂ ਕਿਹਾ ਕਿ ਚਿੱਬੜ, ਝਾੜ, ਕਰੇਲੇ, ਗੁਆਰੇ ਦੀਆਂ ਫਲੀਆਂ, ਫਿਰ ਖਖੜੀਆਂ, ਇਹ ਸਾਰੇ ਤੁਹਾਡੇ ਇਲਾਕੇ ਦੇ ਮੇਵੇ ਨੇ। ਸੋ ਆਪਾਂ ਸਾਰੇ ਪਰਿਵਾਰਕ ਜੀਆਂ ਨੂੰ ਪੁੱਛਦੇ ਹਾਂ, ਮੇਵੇ ਰੱਖਿਓ, ਇਹ ਨਹੀਂ ਵੀ ਪਟਿਆਲਾ ਸ਼ਾਹੀ ਪੈਗ ਆ, ਇਹ ਕੋਈ ਮੇਵਾ ਨਹੀਂਗਾ। ਮੇਵੇ ਖਾਣ ਪੀਣ ਵਾਲੀ ਕੋਈ ਚੀਜ਼, ਐਸੀ ਚੀਜ਼ ਜਿਹੜੀ ਕਮਾਲ ਹੀ ਕਰਦੀ ਹੋਵੇ। ਹਰੇਕ ਇਲਾਕੇ ਦੀ ਆਪਣੀ ਇੱਕ ਪਛਾਣ ਹੁੰਦੀ ਹੈ ਜਿਹੜੀ ਉੱਥੇ ਹੀ ਮਿਲਦੀ ਹੈ। ਸੋ ਉਹਨਾਂ ਗੱਲਾਂ ਦੇ ਬਾਰੇ ਚ ਜ਼ਰੂਰ ਸਾਨੂੰ ਦੱਸਿਓ ਵੀ ਤੁਹਾਡੇ ਇਲਾਕੇ ਦੇ ਮੇਵੇ ਇਹੋ ਜਿਹੇ ਹੋਰ ਕਿਹੜੇ-ਕਿਹੜੇ ਨੇ। ਸੋ ਸਾਨੂੰ ਤੁਹਾਡੀ ਪ੍ਰਤੀਕਿਰਿਆ ਦੀ ਜ਼ਰੂਰ ਉਡੀਕ ਰਹੇਗੀ। ਇਹਨਾਂ ਗੱਲਾਂ ਦੇ ਨਾਲ ਹੀ ਹੁਣ ਸਾਨੂੰ ਦੋਵਾਂ ਦੇ ਇਜਾਜ਼ਤ, ਕੱਲ ਨੂੰ ਫੇਰ ਮਿਲਾਂਗੇ। ਸਤਿ ਸ਼੍ਰੀ ਅਕਾਲ। ਤੁਸੀਂ ਵੇਖਦੇ ਰਹੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ, ਤੁਹਾਡੇ ਲਈ। ਹਾਜ਼ਰ ਹੈ ਜੱਜ ਦਾ ਵਿਚਾਰ।